ਵੀ ਜਿਹੜੀ ਸ਼ੂਗਰ ਹੈ, ਚਲੋ ਵੱਡਿਆਂ ਨੂੰ ਤਾਂ ਮੰਨਿਆ ਵੀ ਉਹਨਾਂ ਦੇ ਕੁਝ ਖਾਣ ਪੀਣ ਜਾਂ ਫਿਰ ਉਹਨਾਂ ਦੇ ਉੱਠ ਬੈਠ ਸਰੀਰਕ ਤੌਰ ਤੇ ਉਮਰ ਵਡੇਰੀ ਹੋਣ ਕਰਕੇ ਰੋਗ ਆ ਸਕਦਾ, ਪਰ ਛੋਟੇ ਬੱਚਿਆਂ ਦੇ ਵਿੱਚ ਵੀ ਅੱਜ ਕੱਲ੍ਹ ਇਹ ਰੋਗ ਦੇਖਣ ਨੂੰ ਬਹੁਤ ਮਿਲਦਾ ਪਿਆ। ਪਹਿਲਾਂ ਤਾਂ ਇਹ ਦੱਸੋ ਵੀ ਇਹਦਾ ਕਾਰਨ ਕੀ ਹੈ? ਕਿ ਇਹ ਕਾਰਨ ਬੜੀ ਵੱਡੀ ਚੀਜ਼ ਹੈਗੀ ਹੈ ਔਰ ਬਹੁਤ ਇੰਪੋਰਟੈਂਟ ਅੱਜ ਇੰਟਰਵਿਊ ਦਾ ਇਹ ਗੱਲ ਹੋ ਸਕਦੀ ਹੈ ਕਿਉਂਕਿ ਛੋਟੇ ਬੱਚਿਆਂ ਨੂੰ ਸਿਰਫ ਅੱਜ ਡਾਇਬੀਟੀਜ਼ ਹੀ ਵੱਧ ਨਹੀਂ ਹੋ ਰਹੀ ਹੈ, ਛੋਟੇ ਬੱਚਿਆਂ ਨੂੰ ਅਸਥਮਾ ਵੀ ਹੋ ਰਿਹਾ ਹੈ, ਛੋਟੇ ਬੱਚਿਆਂ ਨੂੰ ਐਗਜ਼ੀਮਾ ਵੀ ਹੋ ਰਿਹਾ ਹੈ, ਅੱਜਕੱਲ ਕੈਂਸਰ ਵੀ ਹੋਣ ਲੱਗ ਪਏ ਨੇ। ਇਸ ਤੋਂ ਇਲਾਵਾ ਬੜੀ ਸਾਰੀ ਇਸ ਤਰ੍ਹਾਂ ਦੀ ਬਿਮਾਰੀਆਂ ਹੋ ਗਈਆਂ ਨੇ ਜਿਹੜੇ ਅੱਜ ਤੋਂ 50 ਸਾਲ ਪਹਿਲਾਂ ਸ਼ਾਇਦ ਹੀ ਆਪਾਂ ਬੱਚਿਆਂ ਵਿੱਚ ਸੁਣੀ ਸੀਗੀ। ਸਾਰੇ ਦੁਨੀਆ ਦੇ ਸਾਇੰਟਿਸਟ ਡਾਕਟਰਸ ਨੇ ਸੋਚਿਆ ਕਿ ਬੱਚਿਆਂ ਵਿੱਚ ਛੋਟੀ ਉਮਰ ਵਿੱਚ ਹੀ ਪੈਦਾ ਹੋਣ ਦੇ ਇੰਨੇ ਤਰ੍ਹਾਂ ਦੇ ਟੀਕੇ ਲਾ ਦਿੱਤੇ ਜਾਂਦੇ ਨੇ, ਜਿਵੇਂ ਕਿ ਡੀ-ਟੈਪ ਵੈਕਸੀਨ ਹੋ ਗਈ, ਰੂਬੇਲਾ, ਮਮਸ, ਮੀਜ਼ਲਸ। ਤਾਂ ਇਸ ਪ੍ਰਕਾਰ ਜਿਹੜੇ ਟੀਕੇ ਲੱਗਦੇ ਨੇ ਉਹਨਾਂ ਵਿੱਚ ਕੀ ਹੁੰਦਾ ਹੈ, ਡਿਫਰੈਂਟ ਤਰ੍ਹਾਂ ਦੇ ਕੈਮੀਕਲਸ ਹੁੰਦੇ ਨੇ, ਐਨੀਮਲ ਪ੍ਰੋਟੀਨਸ ਹੁੰਦੇ ਨੇ, ਅਬੋਰਟਡ ਫੀਟਲ ਸੈੱਲ ਲਾਈਨਸ ਹੁੰਦੀਆਂ ਨੇ, ਤੇ ਜਿਸ ਕਰਕੇ ਬੋਡੀ ਦੇ ਅੰਦਰ ਕੁਝ ਬੱਚਿਆਂ ਦੇ ਕੇਸਿਸ ਵਿੱਚ ਆਟੋ ਇਮਿਊਨ ਰਿਐਕਸ਼ਨ ਟ੍ਰਿਗਰ ਹੋ ਜਾਂਦਾ ਹੈ ਤੇ ਅੱਗੇ ਜਾ ਕੇ ਨੁਕਸਾਨ ਕਰ ਸਕਦੀ ਹੈ। ਤੇ ਮੈਂ ਇਸ ਟੌਪਿਕ ਦੇ ਉੱਤੇ ਇੱਕ ਬਹੁਤ ਰਿਸਰਚ ਕਰਕੇ ਪਿਛਲੇ 2 ਸਾਲ ਵਿੱਚ ਇਹ ਬੁੱਕ ਕੰਪਾਈਲ ਕੀਤੀ ਹੈ, ਦ ਵੈਕਸੀਨ ਕ੍ਰਾਈਮ ਰਿਪੋਰਟ। ਇਸ ਦੇ ਵਿੱਚ ਇੱਕ ਰਿਸਰਚ ਦੇ ਨਾਲ ਸਿੱਧ ਕੀਤਾ ਗਿਆ ਹੈ ਅਮਰੀਕਾ ਦੇ ਡਾਕਟਰ ਵੱਲੋਂ। ਉਹਨੇ ਕੀ ਰਿਸਰਚ ਕੀਤਾ ਕਿ 2 ਗਰੁੱਪਸ ਉਹਨੇ ਲੈ ਲਏ, ਉਹ ਬੱਚੇ ਜਿਨ੍ਹਾਂ ਨੇ ਸਾਰੇ ਹੀ ਟੀਕੇ ਲਗਵਾਏ ਸੀ ਬਚਪਨ ਤੋਂ ਲੈ ਕੇ ਜਿੰਨੇ ਵੀ ਲੱਗਣੇ ਹੁੰਦੇ ਨੇ, ਤੇ ਇੱਕ ਉਹ ਬੱਚਿਆਂ ਦਾ ਗਰੁੱਪ ਦੇਖਿਆ ਜਿਨ੍ਹਾਂ ਨੇ ਕੋਈ ਵੀ ਟੀਕਾ ਨਹੀਂ ਲਗਵਾਇਆ ਸੀ। ਉਹਨਾਂ ਦੇ ਮਾਪਿਓ ਨੇ ਕਿਹਾ ਬਈ ਅਸੀਂ ਕੋਈ ਟੀਕਾ ਨਹੀਂ ਲਗਵਾਉਣਾ ਆਪਣੇ ਬੱਚਿਆਂ ਨੂੰ ਤੇ ਅਸੀਂ ਬਿਨਾਂ ਟੀਕੇ ਤੋਂ ਹੀ ਬੱਚਿਆਂ ਨੂੰ ਵੱਡਾ ਕਰਨਾ ਹੈ। ਤੇ ਕੁਝ ਸਾਲਾਂ ਬਾਅਦ ਇਹ ਦੇਖਿਆ ਗਿਆ ਕਿ ਜਿਹੜੇ ਬੱਚਿਆਂ ਨੇ ਸਾਰੇ ਟੀਕੇ ਲਗਵਾਏ ਸੀ ਉਹੀ ਬੱਚੇ ਜ਼ਿਆਦਾ ਬਿਮਾਰ ਹੁੰਦੇ ਸੀਗੇ, ਚਾਹੇ ਅਸਥਮਾ ਹੋਏ, ਐਗਜ਼ੀਮਾ ਹੋਏ, ਐਲਰਜੀਜ਼ ਹੋਏ, ਅਟੈਂਸ਼ਨ ਡਿਫਿਸਿਟ ਡਿਸਆਰਡਰ ਹੋਏ, ਹਰ ਤਰ੍ਹਾਂ ਦੀ ਬਿਮਾਰੀਆਂ ਲਗਭਗ ਉਹਨਾਂ ਬੱਚਿਆਂ ਵਿੱਚ ਡਬਲ ਸੀਗੀਆਂ ਜਿਨ੍ਹਾਂ ਬੱਚਿਆਂ ਨੇ ਸਾਰੇ ਟੀਕੇ ਲਗਾਏ ਸੀ। ਔਰ ਜਿਹੜੇ ਬੱਚਿਆਂ ਨੇ ਕੋਈ ਟੀਕਾ ਨਹੀਂ ਲਗਵਾਇਆ ਸੀਗਾ ਉਹ ਜ਼ਿਆਦਾ ਸਵਸਥ ਸੀਗੇ। ਇਹ ਕਿਤਾਬ ਬਾਰੇ ਵੀ ਆਪਾਂ ਗੱਲ ਕਰਾਂਗੇ, ਪਰ ਸਵਾਲ ਇਹ ਹੈ ਵੀ ਤੁਸੀਂ ਕਹਿੰਦੇ ਹੋ ਵੀ ਜਿਹੜੇ ਟੀਕੇ ਲੱਗਦੇ ਆ, ਕੀ ਸਰਕਾਰਾਂ ਨੂੰ ਜਾਂ ਮੈਡੀਕਲ ਜਿਹੜੇ ਫੈਸਿਲਿਟੀ ਦਿੰਦੇ ਆ ਕਿ ਉਹਨਾਂ ਨੂੰ ਪਤਾ ਨਹੀਂ, ਜਾਂ ਫਿਰ ਉਹ ਜਾਣਬੁੱਝ ਕੇ ਅਜਿਹਾ ਕੁਝ ਭਰੋਸਿਆ ਜਾ ਰਿਹਾ? ਮਤਲਬ ਹੈ ਕਿ ਦਾਲ ਵਿੱਚੋਂ ਹੀ ਕੁਝ ਕਾਲਾ ਹੈ। देयर इज सम कॉन्स्पिरेसी इन दिस एंड दे वांट पीपल टू गेट सिक। ਕਿਉਂਕਿ ਜਿੰਨੇ ਲੋਕੀ ਬਿਮਾਰ ਹੋਣਗੇ, ਜਿੰਨੇ ਬੱਚੇ ਬਿਮਾਰ ਹੋਣਗੇ, ਪੂਰੀ ਲਾਈਫ ਉਹਨਾਂ ਨੂੰ ਦਵਾਈਆਂ ਖਾਣੀਆਂ ਪੈਣਗੀਆਂ ਤੇ ਉਹਨਾਂ ਦੇ ਪੈਸੇ ਬਣਦੇ ਰਹਿਣਗੇ। ਤੁਸੀਂ ਇਹ ਕਹਿ ਰਹੇ ਹੋ ਵੀ ਲੋਕੀ ਫਿਰ ਜਦੋਂ ਹੁਣ ਸਾਡੀ ਇਹ ਇੰਟਰਵਿਊ ਗੱਲਬਾਤ ਸੁਣਨਗੇ, ਨੀਚੇ ਕਮੈਂਟ ਟਿੱਪਣੀਆਂ ਕਰਨਗੇ, ਤੁਸੀਂ ਜਿਆਦਾ ਵੱਡੇ ਪੜ੍ਹੇ ਆ ਗਏ ਹੋ, ਪੜਾਕੂ ਆ ਗਏ ਹੋ, ਬਾਹਰ ਬਹਿ ਕੇ ਗੱਲਾਂ ਕਰਦੇ ਹੋ, ਤੇ ਜਦੋਂ ਸਕੂਲ ਦੇ ਵਿੱਚ ਜਾਂ ਕਿਸੇ ਦੇਸ਼ ਦਾ ਵੀਜ਼ਾ ਲੈਣਾ ਹੋਵੇ ਉਹ ਸਭ ਤੋਂ ਪਹਿਲੇ ਰੈਕਟ ਪੁੱਛਦੇ ਆ ਵੀ ਤੁਹਾਡੇ ਇੰਜੈਕਸ਼ਨ ਕਿਹੜੇ ਲੱਗੇ ਆ। ਜੇ ਇੰਜੈਕਸ਼ਨ ਨਹੀਂ ਲੱਗੇ ਹੁੰਦੇ ਤਾਂ ਤੁਹਾਨੂੰ ਉਸ ਕਾਲਜ, ਸਕੂਲ ਜਾਂ ਫਿਰ ਦੇਸ਼ ਦੇ ਵਿੱਚ ਐਂਟਰੀ ਨਹੀਂ ਮਿਲਦੀ। ਉਦੋਂ ਕੀ ਕੀਤਾ ਜਾਵੇ? ਅਭੀ ਹੁਣੇ ਪਿੱਛੇ ਹੀ ਪਿਛਲੇ ਸਾਲਾਂ ਵਿੱਚ ਕਿੰਨਾ ਜ਼ਿਆਦਾ ਇਹ ਰੂਲ ਬਣ ਕੇ ਆਏ ਕਿ ਤੁਸੀਂ ਟ੍ਰੇਨ ਤੇ ਨਹੀਂ ਜਾ ਸਕਦੇ, ਪਲੇਨ ਤੇ ਨਹੀਂ ਜਾ ਸਕਦੇ, ਹਸਪੀਟਲ ਵਿੱਚ ਨਹੀਂ ਜਾ ਸਕਦੇ। ਪਰ ਅਸੀਂ ਵੀ ਇਸੇ ਦੁਨੀਆ ਵਿੱਚ ਰਹਿ ਰਹੇ ਹਾਂ, ਅਸੀਂ ਵੀ ਕੋਈ ਟੀਕਾ ਨਹੀਂ ਲਗਵਾਇਆ, ਅਸੀਂ ਵੀ ਕੋਈ ਦਵਾਈ ਜਿਹੜੀ ਗਵਰਨਮੈਂਟ ਨੇ ਕਹੀ ਸੀ ਨਹੀਂ ਖਾਧੀ, ਨਾ ਸਾਡੇ ਪਰਿਵਾਰ ਵਿੱਚ ਕਿਸੇ ਨੇ ਲਈ, ਪਰ ਫਿਰ ਵੀ ਅਸੀਂ ਟਰੈਵਲ ਕਰ ਰਹੇ ਹਾਂ, ਅਸੀਂ ਕੰਮ ਤੇ ਵੀ ਜਾ ਰਹੇ ਹਾਂ ਕਿਉਂਕਿ ਅਸੀਂ ਇੱਕ ਚੀਜ਼ ਯੂਜ਼ ਕੀਤੀ ਹੈ ਜਿਹਦਾ ਨਾਮ ਹੈ ਰਿਲੀਜੀਅਸ ਐਗਜ਼ੈਂਪਸ਼ਨ। ਰਿਲੀਜੀਅਸ ਐਗਜ਼ੈਂਪਸ਼ਨ ਯਾਨੀ ਕਿ ਕੋਈ ਚੀਜ਼ ਅਗਰ ਤੁਹਾਡੇ ਧਰਮ ਵਿੱਚ ਨਹੀਂ ਅਲਾਉਡ ਹੈਗੀ ਹੈ ਜਾਂ ਤੁਸੀਂ ਇਹ ਪ੍ਰੂਵ ਕਰ ਸਕਦੇ ਹੋ ਕਿ ਇਹ ਧਰਮ ਵਿੱਚ ਨਹੀਂ ਅਲਾਉਡ ਹੈ ਤੇ ਸਰਕਾਰ ਤੁਹਾਨੂੰ ਫੋਰਸ ਨਹੀਂ ਕਰ ਸਕਦੀ। ਸੋ ਕਿਹੜੀ ਚੀਜ਼ਾਂ ਨੇ ਜਿਹੜੀ ਸ਼ੂਗਰ ਨੂੰ ਰੈਗੂਲੇਟ ਕਰਦੀਆਂ ਨੇ ਯਾਨੀ ਨਾਰਮਲ ਰੱਖਦੀਆਂ ਨੇ, ਉਹ ਹੁੰਦੀਆਂ ਨੇ ਫਰੂਟਸ, ਉਹ ਹੁੰਦੇ ਨੇ ਵੈਜੀਟੇਬਲਸ, ਖਾਸ ਕਰ ਗ੍ਰੀਨ ਵੈਜੀਟੇਬਲਸ। ਔਰ ਅਗਰ ਹਰੇ ਪੱਤੇ ਦੀ ਗੱਲ ਕਰੀਏ, ਪਾਲਕ ਦੇ ਪੱਤੇ, ਧਨੀਆ ਪੱਤੇ, ਕੇਲ ਹੋ ਗਿਆ, ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਨੇ ਇਹ ਸ਼ੂਗਰ ਨੂੰ ਬਹੁਤ ਜਲਦੀ ਰੈਗੂਲੇਟ ਕਰਦੀਆਂ ਨੇ। ਸੋ ਹੁਣੇ ਹੀ ਟਾਈਮ ਹੈਗਾ ਕਿ ਬੱਚੇ ਦੀ ਡਾਈਟ ਪਲਾਨ ਜਿਹੜਾ ਹੈਗਾ, ਲਾਈਫਸਟਾਈਲ ਚੇਂਜ ਜਿਹੜਾ ਹੈਗਾ ਉਹ ਸਟਾਰਟ ਕਰਕੇ ਤੁਸੀਂ ਆਪਣੇ ਬੱਚੇ ਦੀ ਸ਼ੂਗਰ ਦੀ ਜਿਹੜੀ ਰੈਗੂਲੇਸ਼ਨ ਹੈ ਉਹ ਸਟਾਰਟ ਕਰ ਦੇਵੋ, ਸੋ ਦੈਟ ਕਿ ਜਿਹੜੀ ਬਿਮਾਰੀ ਦਾ ਵਧਣਾ ਹੈਗਾ, ਇਨਸੂਲਿਨ ਦੇ ਖਰਚੇ ਦਾ, ਇਨਸੂਲਿਨ ਦੇ ਸਾਈਡ ਇਫੈਕਟ ਦਾ ਵਧਣਾ ਹੈਗਾ, ਉਹ ਟਾਈਮ ਸਿਰ ਘਟਾਇਆ ਜਾ ਸਕੇ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਪਿਛਲੇ ਦਿਨੀ ਅਸੀਂ ਇੱਕ ਇੰਟਰਵਿਊ ਭਾਈ ਕਮਲਜੀਤ ਸਿੰਘ ਕੈਨੇਡਾ ਦੀ ਕੀਤੀ ਸੀ ਸ਼ੂਗਰ ਦੀ ਬਾਬਤ। ਉਹ ਬਹੁਤ ਲੋਕਾਂ ਨੇ ਪਸੰਦ ਕੀਤੀ ਤੇ ਸਾਡੇ ਕੋਲ ਪਹੁੰਚ ਕੀਤੀ ਸੀ ਕਿ ਜਿੱਥੇ ਇਹ ਰੋਗ ਵੱਡਿਆਂ ਦੇ ਵਿੱਚ ਹੈ ਤੇ ਇਹ ਰੋਗ ਅੱਜ ਕੱਲ੍ਹ ਛੋਟੇ ਬੱਚਿਆਂ ਦੇ ਵਿੱਚ ਵੀ ਬਹੁਤ ਜ਼ਿਆਦੇ ਘਰ ਕਰ ਚੁੱਕਿਆ। ਇਸ ਨੂੰ ਆਪਣੀ ਜਕੜ ਦੇ ਵਿੱਚ ਛੋਟੇ ਬੱਚਿਆਂ ਨੂੰ ਵੀ ਲੈ ਰੱਖਿਆ ਤੇ ਉਹਨਾਂ ਦੀ ਬਾਬਤ ਵੀ ਭਾਈ ਸਾਹਿਬ ਕੋਲੋਂ ਜ਼ਰੂਰ ਸਵਾਲ ਪੁੱਛੋ ਵੀ ਅਸਲ ਦੇ ਵਿੱਚ ਇਹ ਛੋਟੇ ਬੱਚਿਆਂ ਨੂੰ ਸ਼ੂਗਰ ਕਿਵੇਂ ਹੋ ਜਾਂਦੀ ਹੈ, ਇਹਦਾ ਇਲਾਜ ਕੀ ਹੈ, ਇਹ ਕਿੰਨੇ ਤਰ੍ਹਾਂ ਦੀ ਸ਼ੂਗਰ ਹੈ। ਅਜਿਹੇ ਕੁਝ ਕੁਐਸਚਨ ਸਾਡੇ ਕੋਲ ਆਏ ਤੇ ਆਪਾਂ ਭਾਈ ਸਾਹਿਬ ਨਾਲ ਗੱਲ ਕਰਦੇ ਹਾਂ। ਸਭ ਤੋਂ ਪਹਿਲੇ ਪੰਜਾਬੀ ਲੋਕ ਚੈਨਲ ਵਿੱਚ ਇਹਨਾਂ ਦਾ ਸਵਾਗਤ ਹੈ। ਆਪਣੇ ਬਿਜੀ ਸਕੈਜੂਲ ਵਿੱਚੋਂ ਸਮਾਂ ਕੱਢਿਆ, ਨਾਲ ਅਸੀਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਜੀ, ਚੜ੍ਹਦੀ ਕਲਾ ਵਿੱਚ। ਆਪ ਜੀ ਕਿਵੇਂ ਹੋ?
ਹਮੇਸ਼ਾ ਚੜ੍ਹਦੀ ਕਲਾ 'ਚ ਹੀ ਵਧੀਆ ਲੱਗਦੇ ਆ ਜੀ। ਅੱਛਾ, ਬੇਨਤੀ ਸੀ, ਜਿਵੇਂ ਆਪਾਂ ਪਹਿਲੇ ਗੱਲ ਕੀਤੀ ਹੈ ਭੂਮਿਕਾ ਦੇ ਵਿੱਚ, ਵੀ ਜਿਹੜੀ ਸ਼ੂਗਰ ਹੈ, ਚਲੋ ਵੱਡਿਆਂ ਨੂੰ ਤਾਂ ਮੰਨਿਆ ਵੀ ਉਹਨਾਂ ਦੇ ਕੁਝ ਖਾਣ-ਪੀਣ ਜਾਂ ਫਿਰ ਉਹਨਾਂ ਦੇ ਉੱਠ-ਬੈਠ ਸਰੀਰਕ ਤੌਰ ਤੇ ਉਮਰ ਵਡੇਰੀ ਹੋਣ ਕਰਕੇ ਰੋਗ ਆ ਸਕਦਾ। ਪਰ ਛੋਟੇ ਬੱਚਿਆਂ ਦੇ ਵਿੱਚ ਵੀ ਅੱਜ-ਕੱਲ੍ਹ ਇਹ ਰੋਗ ਦੇਖਣ ਨੂੰ ਬਹੁਤ ਮਿਲਦਾ ਪਿਆ। ਪਹਿਲਾਂ ਤਾਂ ਇਹ ਦੱਸੋ ਵੀ ਇਹਦਾ ਕਾਰਨ ਕੀ ਹੈ? ਹਾਂਜੀ, ਡਾਇਬੀਟੀਜ਼ ਟਾਈਪ 1 ਤੇ ਟਾਈਪ 2 ਬੇਸਿਕਲੀ ਹੁੰਦੀ ਹੈ। ਜਿਹੜੀ ਵੱਡਿਆਂ ਵਿੱਚ ਡਾਇਬੀਟੀਜ਼ ਹੁੰਦੀ ਹੈ ਉਹਨੂੰ ਟਾਈਪ 2 ਕਿਹਾ ਜਾਂਦਾ ਹੈ। ਜਿਹੜੀ ਬੱਚਿਆਂ ਵਿੱਚ ਹੁੰਦੀ ਹੈ ਦੈਟ ਇਜ਼ ਮੋਸਟਲੀ ਟਾਈਪ 1 ਡਾਇਬੀਟੀਜ਼। ਸੋ ਸੁਣਨ ਨੂੰ ਡਾਇਬੀਟੀਜ਼ ਲੱਗਦਾ ਹੈ, ਪਰ ਇਹ ਦੋ ਬਿਮਾਰੀਆਂ ਬਿਲਕੁਲ ਵੱਖਰੀਆਂ ਨੇ। ਜਿਹੜੀ ਡਾਇਬੀਟੀਜ਼ ਟਾਈਪ 2 ਵੱਡਿਆਂ ਵਾਲੀ ਹੁੰਦੀ ਹੈ ਦੈਟ ਇਜ਼ ਅ ਮੈਟਾਬੋਲਿਕ ਡਿਸਆਰਡਰ। ਮੈਟਾਬੋਲਿਕ ਡਿਸਆਰਡਰ ਜੋ ਕਿ ਸਾਡੇ ਲਾਈਫ ਸਟਾਈਲ ਕਰਕੇ ਹੁੰਦਾ ਹੈ, ਯਾਨੀ ਸਾਡਾ ਖਾਣ-ਪੀਣ ਦਾ ਜਿਹੜਾ ਸਿਸਟਮ ਹੈ, ਅਗਰ ਉਹ ਠੀਕ ਨਾ ਹੋਵੇ ਤਾਂ ਡਾਇਬੀਟੀਜ਼ ਵੱਡਿਆਂ ਨੂੰ ਹੋ ਹੀ ਜਾਂਦੀ ਹੈ, ਜਿਹੜਾ ਸਾਰਿਆਂ ਲੋਕਾਂ ਨੂੰ ਪਤਾ ਹੀ ਹੈ। ਲੇਕਿਨ ਅੱਜ-ਕੱਲ੍ਹ ਛੋਟੇ-ਛੋਟੇ ਬੱਚਿਆਂ ਨੂੰ ਡਾਇਬੀਟੀਜ਼ ਹੋ ਰਹੀ ਹੈ। ਦੈਟ ਇਜ਼ ਨਾਟ ਅ ਲਾਈਫਸਟਾਈਲ ਡਿਸਆਰਡਰ, ਕਿਉਂਕਿ 2 ਸਾਲ ਦੇ ਬੱਚੇ ਨੇ, ਇਸ ਤਰ੍ਹਾਂ ਦਾ ਕਿਹੜਾ ਗਲਤ ਖਾਣਾ-ਪੀਣਾ ਕੀਤਾ ਕਿ ਉਹਨੂੰ ਡਾਇਬੀਟੀਜ਼ ਹੋ ਗਈ। ਦੈਟ ਇਜ਼ ਐਨ ਆਟੋ ਇਮਿਊਨ ਡਿਜ਼ੀਜ਼। ਆਟੋ ਇਮਿਊਨ ਡਿਜ਼ੀਜ਼ ਦਾ ਮਤਲਬ ਹੁੰਦਾ ਹੈ ਕਿ ਬਾਡੀ ਦੀ ਇਮਿਊਨਿਟੀ, ਬਾਡੀ ਦੀ ਰੋਗ ਪ੍ਰਤੀਰੋਧਕ ਸ਼ਕਤੀ ਜਿਹੜੀ ਹੈ ਉਹ ਆਪਣੇ ਹੀ ਬਾਡੀ ਦੇ ਪੈਨਕ੍ਰੀਆਟਿਕ ਬੀਟਾ ਸੈਲਸ ਨੂੰ ਡਿਸਟਰੋਏ ਕਰਨ ਲੱਗ ਪੈਂਦੀ ਹੈ। ਜਦ ਇਹ ਇਸ ਨੂੰ ਡਿਸਟਰੋਏ ਕਰਨ ਲੱਗ ਪੈਂਦੀ ਹੈ ਤੇ ਐਜ਼ ਅ ਰਿਜ਼ਲਟ ਜਿਹੜੇ ਸਾਡੇ ਬਾਡੀ ਵਿੱਚ ਇੱਕ ਇਨਸੂਲਿਨ ਬਣਦਾ ਹੈ, ਹਾਰਮੋਨ ਬਣਦਾ ਜਿਹਦਾ ਨਾਮ ਹੈ ਇਨਸੂਲਿਨ। ਇਸ ਇਨਸੂਲਿਨ ਦਾ ਕੰਮ ਹੁੰਦਾ ਹੈ ਜੋ ਵੀ ਅਸੀਂ ਖਾਂਦੇ ਪੀਂਦੇ ਹਾਂ ਉਹਦੇ ਵਿੱਚੋਂ ਜਿਹੜਾ ਸ਼ੂਗਰ ਹੈ, ਜਿਹੜਾ ਗਲੂਕੋਸ ਹੈ, ਉਹਨੂੰ ਟਰਾਂਸਪੋਰਟ ਕਰਕੇ ਡਿਫਰੈਂਟ ਸੈਲਸ ਆਫ ਦਾ ਬਾਡੀ ਵਿੱਚ ਲੈ ਕੇ ਜਾਂਦੀ ਹੈ। ਜੇ ਉਹ ਇੱਕ ਗਰੋਥ ਹਾਰਮੋਨ ਵੀ ਹੈ ਤਾਂ ਐਜ਼ ਅ ਰਿਜ਼ਲਟ ਜਦ ਉਹ ਗਲੂਕੋਸ ਬਾਡੀ ਵਿੱਚ ਜਾਂਦਾ ਹੈ, ਇਨਸੂਲਿਨ ਉਹਨੂੰ ਪਹੁੰਚਾਉਂਦਾ ਹੈ ਤੇ ਬਾਡੀ ਦੀ ਗਰੋਥ ਹੁੰਦੀ ਹੈ, ਨਾਰਮਲ ਫੰਕਸ਼ਨਿੰਗ ਹੁੰਦੀ ਹੈ। ਪਰ ਕਿਉਂਕਿ ਜਦ ਉਹ ਆਟੋ ਇਮਿਊਨ ਰਿਐਕਸ਼ਨ ਇੱਕ ਵਾਰ ਟ੍ਰਿਗਰ ਹੋ ਗਿਆ ਤੇ ਉਹਦੇ ਕਰਕੇ ਇਨਸੂਲਿਨ ਬਾਡੀ ਵਿੱਚ ਬਣਨਾ ਬਹੁਤ ਹੀ ਘੱਟ ਹੋ ਜਾਂਦਾ ਹੈ, ਕਿਉਂਕਿ ਜੋ ਬਾਡੀ ਦਾ ਪਾਰਟ ਉਸ ਇਨਸੂਲਿਨ ਨੂੰ ਬਣਾਉਂਦਾ ਹੈ ਉਹ ਡਿਸਟਰੋਏ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਦੈਟ ਬਿਕਮਸ ਐਨ ਆਟੋ ਇਮਿਊਨ ਡਿਸਆਰਡਰ। ਔਰ ਬੱਚਿਆਂ ਵਿੱਚ ਇਸ ਕਰਕੇ ਉਹ ਫਿਰ ਸ਼ੂਗਰ ਰੈਗੂਲੇਟ ਨਹੀਂ ਹੋ ਪਾਉਂਦਾ ਤੇ ਫਿਰ ਬਾਰ-ਬਾਰ ਸਿੰਪਟਮਸ ਆਉਣ ਲੱਗ ਪੈਂਦੇ ਨੇ। ਬਾਰ-ਬਾਰ ਪਿਸ਼ਾਬ ਆਉਂਦਾ ਹੈ ਬੱਚੇ ਨੂੰ, ਬਾਰ-ਬਾਰ ਉਹਨੂੰ ਪਿਆਸ ਲੱਗਦੀ ਹੈ। ਇਸ ਤੋਂ ਇਲਾਵਾ ਵਜ਼ਨ ਜਿਹੜਾ ਅਚਾਨਕ ਤੋਂ ਘਟਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਹਸਪੀਟਲ ਜਾਂਦੇ ਆ ਤਾਂ ਸ਼ੂਗਰ ਚੈੱਕ ਹੁੰਦਾ ਹੈ ਤੇ ਉਹ ਅਚਾਨਕ ਤੋਂ ਬਹੁਤ ਜ਼ਿਆਦਾ ਵਧਿਆ ਹੋਇਆ ਆਉਂਦਾ ਹੈ ਤੇ ਫਿਰ ਡਾਕਟਰ ਕਹਿੰਦਾ ਹੈ ਕਿ ਇਹ ਟਾਈਪ 1 ਡਾਇਬੀਟੀਜ਼ ਹੋ ਗਈ ਹੈ। ਤੇ ਇਹਦਾ ਕਾਰਨ ਜਿਹੜਾ ਆਪਾਂ ਪੁੱਛਿਆ ਸੀ, ਹਾਂ ਕਾਰਨ ਤੇ ਭਰਾਈਏ ਕਿ ਇਹ ਕਾਰਨ ਬੜੀ ਵੱਡੀ ਚੀਜ਼ ਹੈਗੀ ਹੈ ਔਰ ਬਹੁਤ ਇੰਪੋਰਟੈਂਟ ਅੱਜ ਇੰਟਰਵਿਊ ਦਾ ਇਹ ਗੱਲ ਹੋ ਸਕਦੀ ਹੈ, ਕਿਉਂਕਿ ਛੋਟੇ ਬੱਚਿਆਂ ਨੂੰ ਸਿਰਫ ਅੱਜ ਡਾਇਬੀਟੀਜ਼ ਹੀ ਵੱਧ ਨਹੀਂ ਹੋ ਰਹੀ ਹੈ, ਛੋਟੇ ਬੱਚਿਆਂ ਨੂੰ ਅਸਥਮਾ ਵੀ ਹੋ ਰਿਹਾ ਹੈ, ਛੋਟੇ ਬੱਚਿਆਂ ਨੂੰ ਐਗਜ਼ੀਮਾ ਵੀ ਹੋ ਰਿਹਾ ਹੈ, ਅੱਜਕੱਲ ਕੈਂਸਰ ਵੀ ਹੋਣ ਲੱਗ ਪਏ ਨੇ। ਇਸ ਤੋਂ ਇਲਾਵਾ ਬੜੀ ਸਾਰੀ ਇਸ ਤਰ੍ਹਾਂ ਦੀ ਬਿਮਾਰੀਆਂ ਹੋ ਗਈਆਂ ਨੇ ਜਿਹੜੇ ਅੱਜ ਤੋਂ 50 ਸਾਲ ਪਹਿਲਾਂ ਸ਼ਾਇਦ ਹੀ ਆਪਾਂ ਬੱਚਿਆਂ ਵਿੱਚ ਸੁਣੀ ਸੀਗੀ। ਸੋ ਇਸ ਤਰ੍ਹਾਂ ਦਾ ਕੀ ਚੇਂਜ ਆਇਆ? ਉਹ ਚੇਂਜ ਜਿਹੜਾ ਅਸੀਂ ਦੇਖਿਆ ਛੋਟੇ ਬੱਚਿਆਂ ਵਿੱਚ, ਬੜੇ ਸਾਰੇ ਦੁਨੀਆ ਦੇ ਸਾਇੰਟਿਸਟ, ਡਾਕਟਰਸ ਨੇ ਸੋਚਿਆ ਕਿ ਬੱਚਿਆਂ ਵਿੱਚ ਛੋਟੀ ਉਮਰ ਵਿੱਚ ਹੀ ਪੈਦਾ ਹੋਣ ਦੇ ਇੰਨੇ ਤਰ੍ਹਾਂ ਦੇ ਟੀਕੇ ਲਾ ਦਿੱਤੇ ਜਾਂਦੇ ਨੇ, ਜਿਵੇਂ ਕਿ ਡੀ-ਟੈਪ ਵੈਕਸੀਨ ਹੋ ਗਈ, ਰੂਬੇਲਾ, ਮੰਪਸ, ਮੀਜ਼ਲਸ। ਤਾਂ ਇਸ ਪ੍ਰਕਾਰ ਜਿਹੜੇ ਟੀਕੇ ਲੱਗਦੇ ਨੇ ਉਹਨਾਂ ਵਿੱਚ ਕੀ ਹੁੰਦਾ ਹੈ, ਡਿਫਰੈਂਟ ਤਰ੍ਹਾਂ ਦੇ ਕੈਮੀਕਲਸ ਹੁੰਦੇ ਨੇ, ਐਨੀਮਲ ਪ੍ਰੋਟੀਨਸ ਹੁੰਦੇ ਨੇ, ਅਬੋਰਟਡ ਫੀਟਲ ਸੈਲ ਲਾਈਨਸ ਹੁੰਦੀਆਂ ਨੇ ਤੇ ਜਿਸ ਕਰਕੇ ਬਾਡੀ ਦੇ ਅੰਦਰ ਕੁਝ ਬੱਚਿਆਂ ਦੇ ਕੇਸਿਸ ਵਿੱਚ ਆਟੋ ਇਮਿਊਨ ਰਿਐਕਸ਼ਨ ਟ੍ਰਿਗਰ ਹੋ ਜਾਂਦਾ ਹੈ ਤੇ ਅੱਗੇ ਜਾ ਕੇ ਨੁਕਸਾਨ ਕਰ ਸਕਦੀ ਹੈ। ਤੁਸੀਂ ਇਹ ਕਰ ਰਹੇ ਹੋ ਵੀ ਜਿਹੜੇ ਟੀਕੇ ਇੰਜੈਕਸ਼ਨ ਬੱਚਿਆਂ ਨੂੰ ਛੋਟੀ ਉਮਰ ਦੇ ਵਿੱਚ ਸਰਕਾਰਾਂ ਵੱਲੋਂ, ਮੈਡੀਕਲਸ ਵੱਲੋਂ ਇਹ ਕੰਪਲਸਰੀ ਕੀਤੇ ਉਹਨਾਂ ਕਰਕੇ ਹੈ, ਜਾਂ ਫਿਰ ਜਿਹੜੇ ਪੇਰੈਂਟਸ ਨੂੰ ਜੈਨੇਟਿਕ ਤੌਰ ਤੇ ਮਾਂ-ਪਿਓ ਨੂੰ ਬੱਚਿਆਂ ਦੇ ਨੂੰ ਹੋਣ ਉਹਨਾਂ ਕਰਕੇ ਜ਼ਿਆਦਾ ਵੱਡਾ ਕਾਰਨ ਕੀ ਹੈ? बहुत ਵੱਡਾ ਇਹ ਕੁਐਸਚਨ ਹੈ, ਬਹੁਤ ਇੰਪੋਰਟੈਂਟ ਕੁਐਸਚਨ ਆਪ ਜੀ ਨੇ ਪੁੱਛਿਆ ਹੈ ਕਿ ਜੈਨੇਟਿਕ ਹੈ ਜਾਂ ਫਿਰ ਇਹ ਟੀਕਿਆਂ ਕਰਕੇ ਹੋ ਰਿਹਾ ਹੈ। ਆਪਾਂ ਜੈਨੇਟਿਕਸ ਬਾਰੇ ਵੀ ਪੜ੍ਹਿਆ ਸੀਗਾ ਤਾਂ ਸਭ ਤੋਂ ਵੱਡੀ ਜਿਹੜੀ ਸਟੱਡੀ ਹੈ ਤਾਂ ਚਾਈਨਾ ਸਟੱਡੀ ਹੁਣ ਤੱਕ ਜਿਹੜੀ ਹੋਈ ਹੈ ਨਿਊਟ੍ਰੀਸ਼ਨ ਦੇ ਉੱਤੇ, ਉਹਦੇ ਵਿੱਚ ਉਹਨਾਂ ਨੇ ਇਹ ਚੀਜ਼ ਮੈਂਸ਼ਨ ਕੀਤੀ ਹੈ ਰਿਸਰਚ ਦੇ ਬੇਸਿਸ ਤੇ ਕਿ ਜਿਹੜੇ ਵੀ ਬਾਡੀ ਵਿੱਚ ਕੋਈ ਜੀਨਸ ਹੁੰਦੇ ਨੇ, ਕੋਈ ਵੀ ਐਕਸਪ੍ਰੈਸ਼ਨ ਹੁੰਦਾ ਹੈ ਤੇ ਉਹ ਤਾਂ ਟ੍ਰਿਗਰ ਹੁੰਦਾ ਹੈ ਜੇ ਉਸ ਬਾਡੀ ਵਿੱਚ ਉਸ ਤਰ੍ਹਾਂ ਦੀ এনवायरमेंट ਬਣਾਈ ਜਾਵੇ ਜਾਂ ਉਸ ਤਰ੍ਹਾਂ ਦਾ ਇੱਕ ਵਾਤਾਵਰਣ ਸਿਰਜਿਆ ਜਾਵੇ। ਉਹ ਜਿਹੜਾ ਵਾਤਾਵਰਣ, ਜਿਹੜਾ ਕੈਮੀਕਲ ਪੋਇਜ਼ਨਿੰਗ ਹੋ ਜਾਂਦੀ ਹੈ ਉਹ ਸਾਡੇ ਖਾਣ ਪੀਣ ਕਰਕੇ ਗਲਤ ਹੋ ਸਕਦੀ ਹੈ ਜਾਂ ਫਿਰ ਕੋਈ ਕੈਮੀਕਲ ਬਾਡੀ ਵਿੱਚ ਜਾ ਰਿਹਾ ਤਾਂ ਹੋ ਸਕਦੀ ਹੈ। ਹੁਣ ਦੇਖੋ, ਮੰਨ ਲਓ ਕਿਸੇ ਦਾ ਲਾਈਫ ਸਟਾਈਲ ਬਹੁਤ ਹੀ ਖਰਾਬ ਹੋਵੇ, ਬਹੁਤ ਗਲਤ ਖਾਣਾ ਬਾਹਰ ਦਾ ਖਾਂਦਾ ਹੋਵੇ, ਪੁੱਠਾ ਸਿੱਧਾ, ਹੈ ਨਾ, ਲੇਕਿਨ ਹਰ ਕਿਸੇ ਨੂੰ ਪੁੱਠਾ ਸਿੱਧਾ ਖਾਣ ਕਰਕੇ ਅਸਥਮਾ ਹੀ ਨਹੀਂ ਹੋਏਗਾ, ਹਰ ਕਿਸੇ ਨੂੰ ਡਾਇਬੀਟੀਜ਼ ਨਹੀਂ ਹੋਏਗੀ, ਹਰ ਕਿਸੇ ਨੂੰ ਵੱਖਰੀ ਬਿਮਾਰੀ ਹੋ ਸਕਦੀ ਹੈ ਡਿਪੈਂਡਿੰਗ ਔਨ ਦਾ ਜੀਨਸ। ਲੇਕਿਨ ਅਗਰ ਬਾਡੀ ਵਿੱਚ ਉਹ ਗਲਤ ਖਾਣਾ ਗਿਆ ਹੀ ਨਹੀਂ, ਉਹ ਗਲਤ ਕੈਮੀਕਲਸ ਗਏ ਹੀ ਨਹੀਂ ਤੇ ਕਿਸੇ ਦੀ ਵੀ ਬਿਮਾਰੀ ਨਹੀਂ ਹੋਏਗੀ। ਸੋ ਕੁਝ ਬੱਚਿਆਂ ਦੇ ਕੇਸ ਵਿੱਚ ਜਦੋਂ ਇੰਜੈਕਸ਼ਨਸ ਦੇ ਨਾਲ ਐਕਸਟਰਾ ਕੈਮੀਕਲਸ ਜਾਂਦੇ ਨੇ ਤੇ ਕਈਆਂ ਨੂੰ ਉਹਦੇ ਕਰਕੇ ਅਸਥਮਾ ਹੋ ਸਕਦਾ ਹੈ, ਕਿਸੇ ਨੂੰ ਡਾਇਬੀਟੀਜ਼ ਹੋ ਸਕਦੀ ਹੈ, ਕਿਸੇ ਨੂੰ ਐਲਰਜੀ ਹੋ ਸਕਦੀ ਹੈ ਤੇ ਕੁਝ ਭਵਡ ਭਾਗੇ ਹੁੰਦੇ ਨੇ ਜਿਨ੍ਹਾਂ ਨੂੰ ਕੁਝ ਵੀ ਡਿਜ਼ੀਜ਼ ਨਹੀਂ ਹੁੰਦੀ, ਪਰ ਬਾਡੀ ਦੇ ਅੰਦਰ ਇੱਕ ਪੋਟੈਂਸ਼ੀਅਲ ਡੈਮੇਜ ਹੋਣ ਦੀ ਚਾਂਸ ਹਮੇਸ਼ਾ ਹੀ ਹੁੰਦੀ ਹੈ। ਤੇ ਮੈਂ ਇਸ ਟੌਪਿਕ ਦੇ ਉੱਤੇ ਇੱਕ ਬਹੁਤ ਰਿਸਰਚ ਕਰਕੇ ਪਿਛਲੇ 2 ਸਾਲ ਵਿੱਚ ਇਹ ਬੁੱਕ ਕੰਪਾਈਲ ਕੀਤੀ ਹੈ, ਦ ਵੈਕਸੀਨ ਕ੍ਰਾਈਮ ਰਿਪੋਰਟ। ਇਸ ਦੇ ਵਿੱਚ ਇੱਕ ਰਿਸਰਚ ਦੇ ਨਾਲ ਸਿੱਧ ਕੀਤਾ ਗਿਆ ਹੈ ਅਮਰੀਕਾ ਦੇ ਡਾਕਟਰ ਵੱਲੋਂ। ਉਹਨੇ ਕੀ ਰਿਸਰਚ ਕੀਤਾ ਕਿ 2 ਗਰੁੱਪਸ ਉਹਨੇ ਲੈ ਲਏ, ਉਹ ਬੱਚੇ ਜਿਨ੍ਹਾਂ ਨੇ ਸਾਰੇ ਹੀ ਟੀਕੇ ਲਗਵਾਏ ਸੀ ਬਚਪਨ ਤੋਂ ਲੈ ਕੇ ਜਿੰਨੇ ਵੀ ਲੱਗਣੇ ਹੁੰਦੇ ਨੇ, ਤੇ ਇੱਕ ਉਹ ਬੱਚਿਆਂ ਦਾ ਗਰੁੱਪ ਦੇਖਿਆ ਜਿਨ੍ਹਾਂ ਨੇ ਕੋਈ
ਕੋਈ ਵੀ ਟੀਕਾ ਨਹੀਂ ਲਗਵਾਇਆ ਸੀ। ਉਹਨਾਂ ਦੇ ਮਾਪਿਓ ਨੇ ਕਿਹਾ ਬਈ ਅਸੀਂ ਕੋਈ ਟੀਕਾ ਨਹੀਂ ਲਗਵਾਉਣਾ ਆਪਣੇ ਬੱਚਿਆਂ ਨੂੰ ਤੇ ਅਸੀਂ ਬਿਨਾਂ ਟੀਕੇ ਤੋਂ ਹੀ ਬੱਚਿਆਂ ਨੂੰ ਵੱਡਾ ਕਰਨਾ ਹੈ। ਤੇ ਕੁਝ ਸਾਲਾਂ ਬਾਅਦ ਇਹ ਦੇਖਿਆ ਗਿਆ ਕਿ ਜਿਹੜੇ ਬੱਚਿਆਂ ਨੇ ਸਾਰੇ ਟੀਕੇ ਲਗਵਾਏ ਸੀ, ਉਹੀ ਬੱਚੇ ਜ਼ਿਆਦਾ ਬਿਮਾਰ ਹੁੰਦੇ ਸੀਗੇ, ਚਾਹੇ ਅਸਥਮਾ ਹੋਏ, ਐਗਜ਼ੀਮਾ ਹੋਏ, ਐਲਰਜੀਜ਼ ਹੋਏ, ਅਟੈਂਸ਼ਨ ਡਿਫਿਸਿਟ ਡਿਸਆਰਡਰ ਹੋਏ, ਹਰ ਤਰ੍ਹਾਂ ਦੀ ਬਿਮਾਰੀਆਂ ਲਗਭਗ ਉਹਨਾਂ ਬੱਚਿਆਂ ਵਿੱਚ ਡਬਲ ਸੀਗੀਆਂ ਜਿਨ੍ਹਾਂ ਬੱਚਿਆਂ ਨੇ ਸਾਰੇ ਟੀਕੇ ਲਗਾਏ ਸੀ। ਔਰ ਜਿਹੜੇ ਬੱਚਿਆਂ ਨੇ ਕੋਈ ਟੀਕਾ ਨਹੀਂ ਲਗਵਾਇਆ ਸੀਗਾ, ਉਹ ਜ਼ਿਆਦਾ ਸਵਸਥ ਸੀਗੇ, ਡਾਕਟਰਾਂ ਕੋਲ ਘੱਟ ਜਾਣਾ ਪੈਂਦਾ ਸੀ, ਦਵਾਈਆਂ ਘੱਟ ਖਾਣੀਆਂ ਪੈਂਦੀਆਂ ਨੇ। ਔਰ ਇਹ ਖਤਰਨਾਕ ਜਿਹੜੀ ਗੱਲ ਸਾਹਮਣੇ ਆਈ, ਉਹਨੂੰ ਆਪਾਂ ਫਿਰ ਇਸ ਬੁੱਕ ਦੇ ਵਿੱਚ ਇਹ ਸਾਰਾ ਕੁਝ ਮੈਂਸ਼ਨ ਕੀਤਾ ਹੈ ਸੀ। ਇਹ ਕਿਤਾਬ ਬਾਰੇ ਵੀ ਆਪਾਂ ਗੱਲ ਕਰਾਂਗੇ, ਪਰ ਸਵਾਲ ਇਹ ਹੈ ਵੀ ਤੁਸੀਂ ਕਹਿੰਦੇ ਹੋ ਵੀ ਜਿਹੜੇ ਟੀਕੇ ਲੱਗਦੇ ਆ, ਕੀ ਸਰਕਾਰਾਂ ਨੂੰ ਜਾਂ ਮੈਡੀਕਲ ਜਿਹੜੇ ਫੈਸਿਲਿਟੀ ਦਿੰਦੇ ਆ, ਕਿ ਉਹਨਾਂ ਨੂੰ ਪਤਾ ਨਹੀਂ, ਜਾਂ ਫਿਰ ਉਹ ਜਾਣਬੁੱਝ ਕੇ ਅਜਿਹਾ ਕੁਝ ਭਰੋਸਿਆ ਜਾ ਰਿਹਾ? ਹਾਂਜੀ, ਸੋ ਇਹ ਗੱਲ ਬਹੁਤ ਇੰਪੋਰਟੈਂਟ ਹੈਗੀ ਹੈ। ਇਹਦੇ ਵਾਸਤੇ ਕੀ ਹੋਇਆ ਸੀਗਾ ਕਿ ਬਹੁਤ ਸਾਰੇ ਦੁਨੀਆ ਦੇ ਡਾਕਟਰਸ ਐਂਡ ਸਾਇੰਟਿਸਟ ਜਿਨ੍ਹਾਂ ਨੂੰ ਟੀਕਿਆਂ ਤੇ ਸ਼ੱਕ ਗਿਆ ਕਿ ਇਹ ਬੱਚਿਆਂ ਨੂੰ ਖਰਾਬ ਕਰ ਰਹੇ ਨੇ, ਉਹਨਾਂ ਨੇ ਗਵਰਨਮੈਂਟ ਬਾਡੀਜ਼ ਨੂੰ ਰਿਕੁਐਸਟ ਕੀਤੀ ਕਿ ਤੁਸੀਂ ਜਾਂਚ ਕਰਾਓ, ਜਿਹਦੇ ਨਾਲ ਪਤਾ ਲੱਗੇ, ਇੱਕ ਸਟੱਡੀ ਤਾਂ ਹੋਵੇ ਕਿ 10,000 ਬੱਚਿਆਂ ਨੂੰ ਕੋਈ ਟੀਕਾ ਨਹੀਂ ਲਗਾਇਆ ਗਿਆ, 10,000 ਬੱਚਿਆਂ ਨੂੰ ਸਾਰੇ ਟੀਕੇ ਲਗਾਏ ਗਏ ਤੇ 10 ਸਾਲ ਬਾਅਦ ਦੇਖਦੇ ਹਾਂ ਕਿ ਬਈ ਕਿੰਨੇ-ਕਿੰਨੇ ਕਿਸ ਦੇ ਵਿੱਚ ਕੀ ਰਿਜ਼ਲਟਸ ਨਿਕਲੇ। ਪਰ ਇਸ ਤਰ੍ਹਾਂ ਦੀ ਕਦੀ ਕੋਈ ਗਵਰਨਮੈਂਟ ਵੱਲੋਂ, ਸਰਕਾਰ ਵੱਲੋਂ ਸਟੱਡੀ ਨਹੀਂ ਕਰਵਾਈ ਗਈ। ਔਰ ਜੋ ਵੀ ਡਾਕਟਰ, ਜੋ ਵੀ ਸਾਇੰਟਿਸਟ ਕਹਿੰਦਾ ਹੈ ਕਿ ਟੀਕਿਆਂ ਵਿੱਚ ਕੋਈ ਖਰਾਬੀ ਹੋ ਸਕਦੀ ਹੈ, ਚਾਂਸਸ ਨੇ, ਤੇ ਉਸ ਡਾਕਟਰ ਨੂੰ, ਉਸ ਸਾਇੰਟਿਸਟ ਨੂੰ ਪਰੇਸ਼ਾਨ ਕਰਨ ਦੀ ਪੂਰੀ ਸਰਕਾਰ ਵੱਲੋਂ ਆਪਣੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਇਸ ਦਾ ਮਤਲਬ ਹੈ ਕਿ ਦਾਲ ਵਿੱਚੋਂ ਹੀ ਕੁਝ ਕਾਲਾ ਹੈ। देयर इज सम कॉन्स्पिरेसी इन दिस एंड दे वांट पीपल टू गेट सिक, ਕਿਉਂਕਿ ਜਿੰਨੇ ਲੋਕੀ ਬਿਮਾਰ ਹੋਣਗੇ, ਜਿੰਨੇ ਬੱਚੇ ਬਿਮਾਰ ਹੋਣਗੇ, ਪੂਰੀ ਲਾਈਫ ਉਹਨਾਂ ਨੂੰ ਦਵਾਈਆਂ ਖਾਣੀਆਂ ਪੈਣਗੀਆਂ ਤੇ ਉਹਨਾਂ ਦੇ ਪੈਸੇ ਬਣਦੇ ਰਹਿਣਗੇ। ਤੁਸੀਂ ਇਹ ਕਹਿ ਰਹੇ ਹੋ ਵੀ ਲੋਕੀ ਫਿਰ ਜਦੋਂ ਹੁਣ ਸਾਡੀ ਇਹ ਇੰਟਰਵਿਊ ਗੱਲਬਾਤ ਸੁਣਨਗੇ, ਨੀਚੇ ਕਮੈਂਟ ਟਿੱਪਣੀਆਂ ਕਰਨਗੇ, ਤੁਸੀਂ ਜ਼ਿਆਦੇ ਵੱਡੇ ਪੜ੍ਹੇ ਆ ਗਏ ਹੋ, ਪੜ੍ਹਾਕੂ ਆ ਗਏ ਹੋ, ਬਾਹਰ ਬਹਿ ਕੇ ਗੱਲਾਂ ਕਰਦੇ ਹੋ, ਤੇ ਜਦੋਂ ਸਕੂਲ ਦੇ ਵਿੱਚ ਜਾਂ ਕਿਸੇ ਦੇਸ਼ ਦਾ ਵੀਜ਼ਾ ਲੈਣਾ ਹੋਵੇ, ਉਹ ਸਭ ਤੋਂ ਪਹਿਲੇ ਰੈਕਟ ਪੁੱਛਦੇ ਆ ਵੀ ਤੁਹਾਡੇ ਇੰਜੈਕਸ਼ਨ ਕਿਹੜੇ-ਕਿਹੜੇ ਲੱਗੇ ਆ। ਜੇ ਇੰਜੈਕਸ਼ਨ ਨਹੀਂ ਲੱਗੇ ਹੁੰਦੇ ਤਾਂ ਤੁਹਾਨੂੰ ਉਸ ਕਾਲਜ, ਸਕੂਲ ਜਾਂ ਫਿਰ ਦੇਸ਼ ਦੇ ਵਿੱਚ ਐਂਟਰੀ ਨਹੀਂ ਮਿਲਦੀ। ਉਦੋਂ ਕੀ ਕੀਤਾ ਜਾਵੇ? ਹਾਂ, ਇਹ ਬਹੁਤ ਇੰਪੋਰਟੈਂਟ ਸਵਾਲ ਹੈ ਔਰ ਇਸ ਕਰਕੇ ਕਈ ਲੋਕਾਂ ਨੂੰ ਆਪਣੀ ਜੌਬਸ ਖੋਣੀਆਂ ਪਈਆਂ, ਕਈਆਂ ਨੂੰ ਪਲੇਨ ਤੇ ਜਾਣ ਵਾਸਤੇ ਮਨਾ ਕੀਤਾ ਗਿਆ ਔਰ ਬੜੀ ਸਾਰੀ ਚੀਜ਼ਾਂ ਇਸ ਤਰ੍ਹਾਂ ਹੋਈਆਂ ਨੇ। ਲੇਕਿਨ ਮੈਂ ਇੱਥੇ 2 ਪੁਆਇੰਟ ਰੱਖਣਾ ਚਾਹੁੰਦਾ। ਪਹਿਲਾ ਪੁਆਇੰਟ ਤਾਂ ਇਹ ਹੈ ਕਿ ਸਾਡੇ ਸਰੀਰ ਵਿੱਚ ਕਿਹੜੀ ਦਵਾਈ ਜਾਏਗੀ, ਕਿਹੜੀ ਇੰਜੈਕਸ਼ਨ ਜਾਏਗਾ, ਇਹ ਸਾਡੀ ਮਰਜ਼ੀ ਹੋਣੀ ਚਾਹੀਦੀ ਹੈ, ਕਿਸੇ ਹੋਰ ਦੀ ਮਰਜ਼ੀ ਨਹੀਂ ਹੋਣੀ ਚਾਹੀਦੀ। ਸਰਕਾਰ ਇਹ ਨਹੀਂ ਡਿਸਾਈਡ ਕਰ ਸਕਦੀ ਕਿ ਸਾਡੇ ਬੱਚਿਆਂ ਨੂੰ ਆਪਾਂ ਕਿਵੇਂ ਪਾਲਣਾ ਹੈਗਾ। ਅਸੀਂ ਆਪਣੇ ਬੱਚਿਆਂ ਨੂੰ ਕਿਹੜੀ ਦਵਾਈ ਦੇਣੀ ਹੈ, ਕਿਹੜਾ ਭੋਜਨ ਦੇਣਾ, ਇਹ ਸਾਡੇ ਹੱਥ ਵਿੱਚ ਹੋਣਾ ਚਾਹੀਦਾ ਹੈ। ਜ਼ਬਰਦਸਤੀ ਕੋਈ ਚੀਜ਼ ਹੋਣੀ ਨਹੀਂ ਚਾਹੀਦੀ, ਪਹਿਲੀ ਗੱਲ। ਸਿੱਖ ਹਮੇਸ਼ਾ ਫਰੀडम ਵਾਸਤੇ ਖੜਾ ਹੁੰਦਾ ਹੈ। ਦੂਜੀ ਗੱਲ ਇਹ ਹੈਗੀ ਕਿ ਸਾਨੂੰ ਇਸ ਸਿਸਟਮ ਦੇ ਵਿੱਚ ਕੋਈ ਨਾ ਕੋਈ ਰਸਤੇ ਲੱਭਣੇ ਪੈਣਗੇ, ਜਿਹਦੇ ਨਾਲ ਆਪਾਂ ਇਸ ਚੀਜ਼ ਤੋਂ, ਇਸ ਜ਼ਬਰਦਸਤੀ ਤੋਂ ਬਾਹਰ ਆ ਸਕਦੇ ਹਾਂ। ਜਿਵੇਂ ਹੁਣ ਦੇਖਿਓ, ਅਭੀ ਹੁਣੇ ਪਿਛਲੇ ਸਾਲਾਂ ਵਿੱਚ ਕਿੰਨਾ ਜ਼ਿਆਦਾ ਇਹ ਰੂਲ ਬਣ ਕੇ ਆਏ ਕਿ ਤੁਸੀਂ ਟ੍ਰੇਨ ਤੇ ਨਹੀਂ ਜਾ ਸਕਦੇ, ਪਲੇਨ ਤੇ ਨਹੀਂ ਜਾ ਸਕਦੇ, ਹਸਪੀਟਲ ਵਿੱਚ ਨਹੀਂ ਜਾ ਸਕਦੇ। ਪਰ ਅਸੀਂ ਵੀ ਇਸੇ ਦੁਨੀਆ ਵਿੱਚ ਰਹਿ ਰਹੇ ਹਾਂ, ਅਸੀਂ ਵੀ ਕੋਈ ਟੀਕਾ ਨਹੀਂ ਲਗਵਾਇਆ, ਅਸੀਂ ਵੀ ਕੋਈ ਦਵਾਈ ਜਿਹੜੀ ਗਵਰਨਮੈਂਟ ਨੇ ਕਹੀ ਸੀ ਨਹੀਂ ਖਾਧੀ, ਨਾ ਸਾਡੇ ਪਰਿਵਾਰ ਵਿੱਚ ਕਿਸੇ ਨੇ ਲਈ, ਪਰ ਫਿਰ ਵੀ ਅਸੀਂ ਟਰੈਵਲ ਕਰ ਰਹੇ ਹਾਂ, ਅਸੀਂ ਕੰਮ ਤੇ ਵੀ ਜਾ ਰਹੇ ਹਾਂ, ਕਿਉਂਕਿ ਅਸੀਂ ਇੱਕ ਚੀਜ਼ ਯੂਜ਼ ਕੀਤੀ ਹੈ ਜਿਹਦਾ ਨਾਮ ਹੈ ਰਿਲੀਜੀਅਸ ਐਗਜ਼ੈਂਪਸ਼ਨ। ਰਿਲੀਜੀਅਸ ਐਗਜ਼ੈਂਪਸ਼ਨ ਯਾਨੀ ਕਿ ਕੋਈ ਚੀਜ਼ ਅਗਰ ਤੁਹਾਡੇ ਧਰਮ ਵਿੱਚ ਨਹੀਂ ਅਲਾਉਡ ਹੈਗੀ ਹੈ, ਜਾਂ ਤੁਸੀਂ ਇਹ ਪ੍ਰੂਵ ਕਰ ਸਕਦੇ ਹੋ ਕਿ ਇਹ ਧਰਮ ਵਿੱਚ ਨਹੀਂ ਅਲਾਉਡ ਹੈ, ਤੇ ਸਰਕਾਰ ਤੁਹਾਨੂੰ ਫੋਰਸ ਨਹੀਂ ਕਰ ਸਕਦੀ, ਕਿਉਂਕਿ ਸਰਕਾਰ ਨੇ ਤੁਹਾਨੂੰ ਆਪਣਾ ਧਰਮ ਨੂੰ ਫੋਲੋ ਕਰਨ ਦਾ ਪੂਰੀ ਇੱਕ ਇਜਾਜ਼ਤ ਦਿੱਤੀ ਹੋਈ ਹੈ। ਸੋ ਅਸੀਂ ਸਰਕਾਰ ਨੂੰ ਇਹ ਲਿਖ ਕੇ ਭੇਜਿਆ ਲੈਟਰ ਵਿੱਚ ਕਿ ਦੇਖੋ, ਜਿਹੜੇ ਵੈਕਸੀਨਸ ਹੁੰਦੇ ਨੇ ਉਹਨਾਂ ਵਿੱਚ ਬੜੇ ਸਾਰੇ ਕੈਮੀਕਲਸ ਹੁੰਦੇ ਨੇ, ਔਰ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਐਨੀਮਲ ਪ੍ਰੋਡਕਟ ਹੁੰਦਾ ਹੈ, ਔਰ ਅਬੋਰਸ਼ਨ ਕੀਤੇ ਹੋਏ ਬੱਚਿਆਂ ਦੇ ਸੈਲਸ ਪਾਏ ਜਾਂਦੇ ਨੇ। ਅਬੋਰਸ਼ਨ ਕਰਨਾ, ਐਨੀਮਲ ਪ੍ਰੋਡਕਟਸ ਨੂੰ ਯੂਜ਼ ਕਰਨਾ ਸਾਡੇ ਧਰਮ ਵਿੱਚ ਅਲਾਉਡ ਨਹੀਂ ਹੈਗੀ। ਐਜ਼ ਅ ਰਿਜ਼ਲਟ ਅਸੀਂ ਇਹ ਟੀਕੇ ਨਹੀਂ ਲਗਵਾ ਸਕਦੇ, ਇਹ ਸਾਡੇ ਧਰਮ ਦੇ ਵਿੱਚ ਅਲਾਉਡ ਹੀ ਨਹੀਂ ਹੈਗਾ। ਤੇ ਹੋਇਆ ਕਿ 에ਅਰਪਲੇਨ ਵਾਲਿਆਂ ਨੇ ਵੀ, ਸਰਕਾਰ ਨੇ ਵੀ ਸਾਡੀ ਗੱਲ ਨੂੰ, ਇਸ ਨੂੰ ਮੰਨਿਆ, ਤੇ ਅਸੀਂ ਫਲਾਈਟ ਤੇ ਵੀ ਗਏ, ਅਸੀਂ ਸਾਰਾ ਕੁਝ ਕੀਤਾ, ਅਦੇ ਟੀਕਾ ਵੀ ਨਹੀਂ ਲਾਇਆ, ਅਸੀਂ ਦਵਾਈਆਂ ਵੀ ਇਸ ਤਰ੍ਹਾਂ ਦੀ ਨਹੀਂ ਖਾਧੀਆਂ। ਅੱਛਾ, ਤੁਸੀਂ ਇਹ ਪ੍ਰੋਮਿਸ ਕਰ ਰਹੇ ਹੋ, ਸਾਨੂੰ ਦੱਸ ਰਹੇ ਹੋ ਵੀ ਤੁਸੀਂ ਕੋਈ ਵੈਕਸੀਨ ਵਗੈਰਾ ਨਹੀਂ ਲਾਈ? ਹਾਂ, ਨਹੀਂ, ਜਿਹੜੀ ਤਾਂ ਬਚਪਨ ਵਿੱਚ ਲੱਗੀਆਂ ਸੀਗੀਆਂ, ਜਿਹੜੇ ਤਾਂ ਮਾਂ-ਪਿਓ ਨੇ ਸਾਡੇ ਜਦ ਛੋਟੇ ਹੁੰਦੇ ਸੀ ਤਾਂ ਲੱਗੀਆਂ ਸੀ, ਉਸ ਵੇਲੇ ਉਹਨਾਂ ਨੂੰ ਵੀ ਨੌਲੇਜ ਨਹੀਂ ਸੀਗੀ, ਸਾਨੂੰ ਵੀ ਨਹੀਂ ਸੀਗੇ, ਤੇ ਅਸੀਂ ਲਾ ਨਹੀਂ, ਲਈ। ਪਰ ਜਿਹੜੀ ਕੋਵਿਡ ਦੀ ਵੈਕਸੀਨ ਤੁਸੀਂ ਨਹੀਂ ਲਈ? ਨਹੀਂ, ਬਿਲਕੁਲ ਵੀ ਨਹੀਂ ਲਾਈ, ਬਲਕਿ ਮੇਰੇ ਪਰਿਵਾਰ ਵਿੱਚ ਵੀ ਕਿਸੇ ਨੇ ਨਹੀਂ ਲਾਈ। ਮੇਰੇ ਇੰਡੀਆ ਵਿੱਚ ਪਰਿਵਾਰ ਕਿਸੇ ਨੇ ਨਹੀਂ ਲਾਈ, ਕੈਨੇਡਾ ਵਿੱਚ ਵੀ ਕਿਸੇ ਨੇ ਨਹੀਂ ਲਾਈ। ਆਪਾਂ ਫੇਰ ਵਾਪਸ ਟੌਪਿਕ ਉਸੇ ਤੇ ਆਨੇ ਆ। ਇਹ ਦੱਸੋ ਵੀ ਜੇ ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ ਸ਼ੂਗਰ ਹੋ ਜਾਵੇ, ਸਭ ਤੋਂ ਪਹਿਲੇ ਕੀ ਕੀਤਾ ਜਾਵੇ? ਹਾਂ, ਛੋਟੇ ਬੱਚਿਆਂ ਨੂੰ ਅਗਰ ਸ਼ੂਗਰ ਹੋ ਜਾਏ, ਜਿਸ ਦਿਨ ਡਾਇਗਨੋਸਿਸ ਹੁੰਦਾ ਹੈ, ਉਸੇ ਦਿਨ ਤੋਂ ਇਹ ਗੱਲ ਸਮਝ ਲਈ ਜਾਏ ਕਿ ਅਗਰ ਤੁਸੀਂ ਇੱਕ ਨਾਰਮਲ ਥੈਰੇਪੀ ਜਿਹੜੀ ਡਾਕਟਰ ਤੁਹਾਨੂੰ ਦੱਸ ਰਹੇ ਹੈਗੇ, ਇਨਸੂਲਿਨ ਥੈਰੇਪੀ, ਉਹ ਤਾਂ ਸਟਾਰਟ ਕਰਨੀ ਹੈਗੀ, ਕਿਉਂਕਿ ਉਸ ਟਾਈਮ ਤੁਸੀਂ ਆਪਣੀ ਬੋਡੀ ਦੇ ਜਿਹੜੀ ਐਮਰਜੈਂਸੀ ਸ਼ੂਗਰ ਤੁਹਾਡੀ ਇੰਨੀ ਵਧੀ ਹੋਈ ਹੈ, ਉਹਨੂੰ ਕੰਟਰੋਲ ਕਰਨ ਵਾਸਤੇ ਉਹ ਕਰਨੀ ਪਏਗੀ। ਲੇਕਿਨ ਨਾਲ ਦੇ ਨਾਲ ਆਪਣੇ ਖਾਣ-ਪੀਣ ਵਿੱਚ, ਆਪਣੇ ਡਾਇਟ ਵਿੱਚ ਤੁਹਾਨੂੰ ਮੋਡੀਫਿਕੇਸ਼ਨ ਕਰਨਾ ਪਏਗਾ। ਮੋਡੀਫਿਕੇਸ਼ਨ ਕੀ ਕਰਨਾ ਹੈਗਾ ਕਿ ਜਿਹੜੀਆਂ ਚੀਜ਼ਾਂ ਸ਼ੂਗਰ ਨੂੰ ਸ਼ੂਟ ਅਪ ਨਹੀਂ ਕਰਦੀਆਂ ਨੇ, ਉਹਨਾਂ ਨੂੰ ਡਾਇਟ ਵਿੱਚ ਇੰਕਲੂਡ ਕਰਨਾ ਪਏਗਾ, ਤੇ ਜਿਹੜੀ ਚੀਜ਼ਾਂ ਸ਼ੂਗਰ
ਸ਼ੂਗਰ ਨੂੰ ਅਚਾਨਕ ਤੋਂ ਵਧਾ ਦਿੰਦੀਆਂ ਨੇ, ਉਹਨਾਂ ਨੂੰ ਘਟਾਉਣਾ ਪਏਗਾ। ਸੋ ਕਿਹੜੀ ਚੀਜ਼ਾਂ ਨੇ ਜਿਹੜੀ ਸ਼ੂਗਰ ਨੂੰ ਰੈਗੂਲੇਟ ਕਰਦੀਆਂ ਨੇ ਯਾਨੀ ਨਾਰਮਲ ਰੱਖਦੀਆਂ ਨੇ? ਉਹ ਹੁੰਦੀਆਂ ਨੇ ਫਰੂਟਸ, ਉਹ ਹੁੰਦੇ ਨੇ ਵੈਜੀਟੇਬਲਸ, ਖਾਸ ਕਰ ਗ੍ਰੀਨ ਵੈਜੀਟੇਬਲਸ। ਔਰ ਅਗਰ ਹਰੇ ਪੱਤੇ ਦੀ ਗੱਲ ਕਰੀਏ, ਪਾਲਕ ਦੇ ਪੱਤੇ, ਧਨੀਆ ਪੱਤੇ, ਕੇਲ ਹੋ ਗਿਆ, ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਨੇ ਇਹ ਸ਼ੂਗਰ ਨੂੰ ਬਹੁਤ ਜਲਦੀ ਰੈਗੂਲੇਟ ਕਰਦੀਆਂ ਨੇ। ਸੋ ਆਪਾਂ ਨੂੰ ਆਪਣੀ ਡਾਇਟ ਵਿੱਚ ਐਟਲੀਸਟ 70% ਆਫ ਅਮਾਉਂਟ ਜਿਹੜਾ ਹੈ ਉਹ ਰॉ ਰੱਖਣਾ ਚਾਹੀਦਾ ਹੈ, ਰॉ। ਉਹਦੇ ਵਿੱਚ ਸਬਜ਼ੀਆਂ ਹੋ ਗਈਆਂ, ਉਹਦੇ ਵਿੱਚ ਫਰੂਟਸ ਹੋ ਗਏ, ਉਹਦੇ ਵਿੱਚ ਗ੍ਰੀਨ ਲੀਵਸ ਹੋ ਗਏ। ਇਸ ਤੋਂ ਇਲਾਵਾ ਜਿਹੜੇ ਪਲਸੇਸ ਨੇ ਉਹਨਾਂ ਨੂੰ ਆਪਾਂ ਸਪਰਾਊਟ ਕਰਕੇ ਖਾਵਾਂਗੇ ਇੰਸਟੈਡ ਆਫ ਕੁਕਿੰਗ, ਤੇ ਉਹ ਵੀ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਹੈਲਪ ਕਰਦੀ ਹੈ। ਇਸ ਤੋਂ ਇਲਾਵਾ ਡਰਾਈ ਫਰੂਟਸ ਜਿਹੜੇ ਹੁੰਦੇ ਨੇ ਉਹ ਹੈਲਪ ਕਰਦੇ ਨੇ ਤੇ ਨਾਲ ਪੇਟ ਵੀ ਭਰਦੇ ਨੇ। ਤੋ ਇਹ ਚੀਜ਼ਾਂ ਜ਼ਿਆਦਾ ਹੋਣੀਆਂ ਚਾਹੀਦੀਆਂ ਨੇ। ਕੁਕਡ ਫੂਡ ਜਿਹੜਾ ਹੈ, ਰੋਟੀ ਸਬਜ਼ੀ ਜਿਹੜੀ ਹੈਗੀ ਉਹ ਮਿਨੀਮਮ ਖਾਣਾ ਚਾਹੀਦਾ ਹੈ, ਜਿੰਨੀ ਲੋੜ ਹੋਏ ਉਨੀ, ਕਿਉਂਕਿ ਰੋਟੀ ਸਬਜ਼ੀ ਨਾਲ ਸ਼ੂਗਰ ਸ਼ੂਟ ਹੋਏਗੀ ਤੇ ਇਨਸੂਲਿਨ ਦੀ ਰਿਕੁਆਇਰਮੈਂਟ ਵੱਧਦੀ ਹੀ ਜਾਵੇਗੀ। ਜਿਹੜੇ ਬੱਚੇ ਛੋਟੇ ਆ ਇਹ ਵਗੈਰਾ ਫਰੂਟਸ ਵਗੈਰਾ ਜਾਂ ਵੈਜੀਟੇਬਲ ਵਗੈਰਾ ਨਹੀਂ ਲੈ ਸਕਦੇ, ਕੀ ਦੁੱਧ ਲੈ ਸਕਦੇ ਹੋ? ਹਾਂ, ਦੁੱਧ ਦੀ ਵੀ ਇੰਪੋਰਟੈਂਟ ਚੀਜ਼ ਹੈਗੀ। ਦੁੱਧ ਵੀ ਜਿਹੜਾ ਹੈਗਾ ਉਹ ਇੱਕ ਬਿਲਡਿੰਗ ਫੂਡ ਹੈ, ਬੋਡੀ ਬਿਲਡਿੰਗ ਦਾ ਫੂਡ ਹੈ, ਬੋਡੀ ਨੂੰ ਗਰੋ ਕਰਨ ਵਿੱਚ ਹੈਲਪ ਕਰਦਾ ਹੈ। ਦੈਟ ਇਜ਼ ਨਾਟ ਸਮਥਿੰਗ ਵਿਚ ਵਿਲ ਹੈਲਪ ਇਨ ਕੰਟਰੋਲਿੰਗ ਦਾ ਬਲੱਡ ਸ਼ੂਗਰ ਲੈਵਲਸ। ਸੋ ਕੁਝ ਲੈਵਲ ਤੱਕ ਹੀ ਠੀਕ ਹੈਗਾ, ਲੇਕਿਨ ਐਕਸੈਸਿਵ ਦੁੱਧ ਦੀ ਕੰਜ਼ੰਪਸ਼ਨ ਵੀ ਨਹੀਂ ਕਰਨੀ ਚਾਹੀਦੀ ਹੈ, ਕਿਉਂਕਿ ਉਹ ਵੀ ਸ਼ੂਗਰ ਦੀ ਮਾਤਰਾ ਨੂੰ ਅਲਟੀਮੇਟਲੀ ਵਧਾਉਂਦਾ ਹੀ ਹੈਗਾ। ਅੱਛਾ, ਇੱਕ ਇਹ ਦੱਸੋ ਵੀ ਜਿਹੜੀ ਇਹ ਸ਼ੂਗਰ ਹੈਗੀ ਹੈ ਇਹਦਾ ਕੋਈ ਟਾਈਮ ਹੁੰਦਾ ਹੈ ਵੀ ਜਾਂ ਮਾਰਨਿੰਗ ਟਾਈਮ ਜ਼ਿਆਦਾ ਵੱਧਦੀ ਹੈ ਜਾਂ ਦੁਪਹਿਰ ਜਾਂ ਸ਼ਾਮ ਨੂੰ, ਕੋਈ ਇਸ ਤਰ੍ਹਾਂ ਦਾ ਹੈਗਾ? ਨੰਬਰ 2, ਇੱਕ ਇਹ ਦੱਸੋ ਵੀ ਇਹ ਜਿਹੜੀ ਸ਼ੂਗਰ ਹੈਗੀ ਆ ਤੇ ਵੱਡਿਆਂ ਦੀ ਸ਼ੂਗਰ ਦੇ ਵਿੱਚ ਕਿੰਨਾ ਕੁ ਡਿਫਰੈਂਸ ਹੈਗਾ? ਹਾਂ, ਪਹਿਲਾ ਕੁਐਸਚਨ ਸੀਗਾ ਕਿ ਟਾਈਮਿੰਗ ਦਾ ਦੇਖੀਏ ਤਾਂ ਯੂਜੂਅਲੀ ਕੀ ਹਾਂਜੀ। ਹੁੰਦਾ ਹੈ, ਜਦ ਆਪਾਂ ਕੁਝ ਵੀ ਹੈਵੀ ਚੀਜ਼ ਖਾਂਦੇ ਆ, ਕਾਰਬੋਹਾਈਡਰੇਟ ਰਿਚ ਚੀਜ਼ ਖਾਂਦੇ ਆ, ਤੇ ਉਹਨੂੰ ਉਹਦੇ ਜਿਹੜਾ ਮੈਟਾਬੋਲਿਜ਼ਮ ਹੈ ਉਹਦੇ ਵਾਸਤੇ ਜਿਹੜੀ ਸ਼ੂਗਰ ਹੈ ਅਚਾਨਕ ਤੋਂ ਵੱਧ ਜਾਂਦੀ ਹੈ। ਤੇ ਇੱਕ ਤਾਂ ਕਾਰਬਸ ਖਾਣ ਤੋਂ ਬਾਅਦ ਬਹੁਤ ਜ਼ਿਆਦਾ ਵੱਧਦੀ ਹੈ। ਦੂਸਰੀ ਚੀਜ਼ ਕੀ ਹੁੰਦੀ ਹੈ, ਕਈ ਪੇਸ਼ੈਂਟਸ ਵਿੱਚ ਡੌਨ ਫਿਨੋਮੀਨਨ ਦੇਖਿਆ ਗਿਆ ਹੈ। ਡੌਨ ਫਿਨੋਮੀਨਨ ਇਹ ਕੀ ਹੁੰਦਾ ਹੈ, ਸਵੇਰੇ ਉੱਠਦੇ ਸਾਰ ਫਾਸਟਿੰਗ ਸ਼ੂਗਰ ਅਚਾਨਕ ਤੋਂ ਕਾਫੀ ਹਾਈ ਹੋ ਜਾਂਦੀ ਹੈ। ਇਹ ਡੌਨ ਫਿਨੋਮੀਨਨ ਟਾਈਪ 2 ਪੇਸ਼ੈਂਟਸ ਵਿੱਚ ਵੀ ਦੇਖਿਆ ਗਿਆ, ਟਾਈਪ 1 ਪੇਸ਼ੈਂਟਸ ਵਿੱਚ ਵੀ ਦੇਖਿਆ ਗਿਆ ਔਰ ਕੁਝ ਨਾਰਮਲ ਲੋਕਾਂ ਵਿੱਚ ਵੀ ਇਹ ਦੇਖਿਆ ਗਿਆ। ਹੁੰਦਾ ਕੀ ਹੈ, ਸਵੇਰੇ ਸਾਡੀ ਬੋਡੀ ਨੂੰ ਪਤਾ ਹੈ ਕਿ ਇਸਨੇ ਉੱਠਣਾ ਹੈ, ਤਿਆਰ ਹੋਣਾ ਹੈ, ਆਪਣੇ ਕੰਮ ਤੇ ਜਾਣਾ ਹੈਗਾ, એનર્ਜੀ ਦੀ ਲੋੜ ਹੈਗੀ, ਤੇ એનર્ਜੀ ਸ਼ੂਗਰ ਵਿੱਚੋਂ ਬਣਦੀ ਹੈਗੀ। ਤੇ ਸਵੇਰੇ ਕਈ ਵਾਰ ਕੁਝ ਲੋਕਾਂ ਦੀ ਫਾਸਟਿੰਗ ਸ਼ੂਗਰ ਬਹੁਤ ਜ਼ਿਆਦਾ ਆ ਜਾਂਦੀ ਹੈ, ਪਰ ਇਹ ਬਹੁਤ ਡਰਨ ਵਾਲੀ ਚੀਜ਼ ਨਹੀਂ ਹੈਗੀ ਹੈ, ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਔਰ ਦੂਜਾ ਕੁਐਸਚਨ ਜਿਹੜਾ ਸੀਗਾ ਕਿ ਫਰਕ ਕਿੰਨਾ ਹੈ ਡਾਇਬੀਟੀਜ਼ ਟਾਈਪ 1 ਐਂਡ ਟਾਈਪ 2 ਵਿੱਚ, ਬਹੁਤ ਜ਼ਿਆਦਾ ਫਰਕ ਹੈਗਾ। ਡਾਇਬੀਟੀਜ਼ ਟਾਈਪ 2 ਇਜ਼ ਅ ਲਾਈਫਸਟਾਈਲ ਡਿਸਆਰਡਰ, ਜਿਹਨੂੰ ਆਪਣਾ ਖਾਣਾ ਪੀਣਾ ਬਦਲ ਕੇ ਪੂਰੀ ਤਰ੍ਹਾਂ ਹੀ ਮੋਸਟ ਆਫ ਦਾ ਪੇਸ਼ੈਂਟਸ ਵਿੱਚ ਠੀਕ ਕੀਤਾ ਜਾ ਸਕਦਾ ਹੈ। ਜਿਵੇਂ ਆਪਾਂ ਪਿਛਲੀ ਵੀਡੀਓ ਕੀਤੀ ਸੀਗੀ ਉਹਦੇ ਵਿੱਚ ਮੈਂ ਦੱਸੀ ਸੀ ਕੀ ਡਾਈਟ ਫੋਲੋ ਕਰਨੀ ਹੈ, ਤੇ ਉਹ ਪ੍ਰੋਪਰਲੀ ਫੋਲੋ ਕਰਕੇ ਬੰਦਾ ਡਾਇਬੀਟੀਜ਼ ਟਾਈਪ 2 ਠੀਕ ਕਰ ਸਕਦਾ ਹੈ। ਪਰ ਟਾਈਪ 1 ਦੇ ਕੇਸਿਸ ਵਿੱਚ ਨਾ ਇਹ ਹੁੰਦਾ ਹੈ ਕਿ ਪੂਰੀ ਤਰ੍ਹਾਂ ਕਈ ਵਾਰ ਨਹੀਂ ਠੀਕ ਹੋ ਪਾਉਂਦੀ, ਤੇ ਇਸ ਲਈ ਸਾਨੂੰ ਮੇਨਟੇਨ ਕਰਨਾ ਪੈਂਦਾ ਹੈ। ਜੇ ਆਪਾਂ ਚੰਗਾ ਹੀ ਡਾਈਟ ਖਾਣ ਲੈ ਲੱਗ ਪਈਏ, ਪ੍ਰੋਪਰਲੀ ਆਪਣੀ ਡਾਈਟ ਮੈਨੇਜ ਕਰੀਏ, ਤੇ ਸ਼ੂਗਰ ਦੇ ਜਿਹੜੇ ਇੰਜੈਕਸ਼ਨ ਜਿਹੜੇ ਇਨਸੂਲਿਨ ਲਗਾਉਣੇ ਪੈਂਦੇ ਹੈ ਉਹਨਾਂ ਦੀ ਕੁਆਂਟੀਟੀ ਘਟਾਈ ਜਾ ਸਕਦੀ ਹੈ। ਜਿਵੇਂ ਆਮ ਇੱਕ ਡਾਇਬੀਟੀਜ਼ ਟਾਈਪ 1 ਪੇਸ਼ੈਂਟ ਆਪਣੇ ਦਿਨ ਵਿੱਚ ਜਿੰਨੀ ਵਾਰ ਰੋਟੀ ਖਾਏਗਾ ਉਨੀ ਵਾਰ ਇੰਜੈਕਸ਼ਨ ਲਾਏਗਾ, ਸੋ ਲਗਭਗ 3 ਜਾਂ 4 ਵਾਰ ਉਹਨੂੰ ਇੰਜੈਕਸ਼ਨ ਲਗਾਉਣੇ ਪੈਂਦੇ ਨੇ। ਪਰ ਅਗਰ ਉਹ ਇੱਕ ਚੰਗੀ 70 to 80% ਰॉ ਡਾਈਟ ਤੇ ਆ ਜਾਏ ਤੇ 4 ਇੰਜੈਕਸ਼ਨ ਦੀ ਜਗ੍ਹਾ 1 ਇੰਜੈਕਸ਼ਨ ਨਾਲ ਵੀ ਕੰਮ ਚੱਲ ਸਕਦਾ ਹੈਗਾ। ਅੱਛਾ, ਆਮ ਕਰਕੇ ਕਹਿੰਦੇ ਸ਼ੂਗਰ ਦੇ ਵਿੱਚ ਪੇਸ਼ੈਂਟ ਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਕੀ ਬੱਚਿਆਂ ਦੇ ਉੱਤੇ ਵੀ ਇਹ ਨਿਯਮ ਲਾਗੂ ਹੁੰਦਾ ਜੀ? ਹਾਂ, ਐਕਸਰਸਾਈਜ਼ ਸਾਰਿਆਂ ਦੇ ਉੱਤੇ ਹੀ ਲਾਗੂ ਹੁੰਦੀ ਹੈ, ਕਿਉਂਕਿ ਜਿਹੜੀ ਬੋਡੀ ਹੈਗੀ ਸਾਡੀ ਇਹ ਫਿਜ਼ੀਕਲੀ ਵਰਕਆਊਟ ਕਰਨ ਵਾਸਤੇ ਬਣੀ ਹੈ, ਇਹ ਇੱਕ ਜਗ੍ਹਾ ਤੇ ਬੈਠਣ ਵਾਸਤੇ ਨਹੀਂ ਬਣੀ। ਪਲੱਸ ਐਕਸਰਸਾਈਜ਼ ਕਰਨ ਨਾਲ ਕੀ ਹੁੰਦਾ ਹੈ, ਜੋ ਸਾਡੀ ਬੋਡੀ ਮੂਵ ਕਰਦੀ ਹੈ, ਸਰਕੂਲੇਸ਼ਨ ਵੱਧਦਾ ਹੈ, ਤੇ ਬੋਡੀ ਅੰਦਰ ਜਿਹੜੀ ਗੰਦਗੀ ਜਮ੍ਹਾਂ ਹੋ ਰਹੀ ਹੈ ਉਹ ਵੀ ਪਸੀਨੇ ਰਾਹੀਂ ਬਾਹਰ ਨਿਕਲਦੀ ਹੈਗੀ, ਤੇ ਉਹ ਵੀ ਬੋਡੀ ਨੂੰ ਮੇਨਟੇਨ ਕਰਨ ਵਿੱਚ ਹੈਲਪ ਕਰਦਾ ਹੈ। ਔਰ ਇਹ ਸਾਰਿਆਂ ਵਾਸਤੇ ਹੈ, ਚਾਹੇ ਟਾਈਪ 1 ਡਾਇਬੀਟੀਜ਼ ਹੋਏ, ਟਾਈਪ 2 ਡਾਇਬੀਟੀਜ਼ ਹੋਏ ਜਾਂ ਕੋਈ ਨਾਰਮਲ ਬੰਦਾ ਵੀ ਹੋਏ, ਸਾਰਿਆਂ ਵਾਸਤੇ ਐਕਸਰਸਾਈਜ਼ ਇਜ਼ ਗੁੱਡ। ਬਟ ਆਪਣੀ ਕੰਡੀਸ਼ਨ ਦੇਖ ਕੇ ਹੀ ਐਕਸਰਸਾਈਜ਼ ਕਰਨੀ ਚਾਹੀਦੀ ਹੈ ਕਿ ਕਿਹੜੀ ਸਾਨੂੰ ਸੂਟ ਕਰ ਰਹੀ ਹੈ, ਕਿਹੜੀ ਨਹੀਂ ਸੂਟ ਕਰ ਰਹੀ ਹੈ। ਹਾਂਜੀ, ਤੁਸੀਂ ਹੋਰ ਕੋਈ ਖਾਸ ਗੱਲ ਕਹਿਣੀ ਚਾਹੋ? ਹਾਂ, ਕੋਈ ਖਾਸ ਟਾਈਪ 1 ਡਾਇਬੀਟੀਜ਼ ਦੇ ਪੇਸ਼ੈਂਟਸ ਨੂੰ ਔਰ ਖਾਸ ਕਰ ਪੇਰੈਂਟਸ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਟਾਈਪ 1 ਡਾਇਬੀਟੀਜ਼ ਵਿੱਚ ਇੱਕ ਕਨਵੈਨਸ਼ਨਲ ਇਲਾਜ ਜਿਹੜਾ ਹੁੰਦਾ ਹੈ ਉਹ ਸਿਰਫ ਇਨਸੂਲਿਨ ਥੈਰੇਪੀ ਬਾਰੇ ਡਾਕਟਰ ਦੱਸਣਗੇ। ਸੋ ਹੋਏਗਾ ਕਿ ਜਿਵੇਂ ਤੁਸੀਂ ਇਨਸੂਲਿਨ ਥੈਰੇਪੀ ਸ਼ੁਰੂ ਕਰੋਗੇ ਔਰ ਸ਼ਾਇਦ ਤੁਸੀਂ ਕੀਤੀ ਵੀ ਹੋਏਗੀ, ਤਾਂ ਤੁਸੀਂ ਦੇਖੋਗੇ ਹਰ ਸਾਲ ਇਨਸੂਲਿਨ ਦੀ ਡੋਜ਼ ਜਿਹੜੀ ਹੈ ਉਹ ਵੱਧਦੀ ਜਾਏਗੀ। ਜਿਹੜੀ ਬੱਚੇ ਦੀ ਸਿਹਤ ਹੈਗੀ ਉਹ ਵੀ ਕੋਈ ਬਹੁਤ ਜ਼ਿਆਦਾ ਡਿਵੈਲਪ ਨਹੀਂ ਕਰੇਗੀ, ਬਲਕਿ ਕੋਈ ਨਾ ਕੋਈ ਛੋਟੀ-ਮੋਟੀ ਬਿਮਾਰੀਆਂ ਨਾਲ ਦੇ ਨਾਲ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਤੋ ਇਹ ਜਿਹੜੀ ਪ੍ਰੋਬਲਮ ਹੈ ਅੱਗੇ ਜਾ ਕੇ ਵੱਧਦੀ ਹੀ ਜਾਏਗੀ, ਇਨਸੂਲਿਨ ਦੀ ਡੋਜ਼ ਵੀ ਵਧੇਗੀ, ਕਿਡਨੀ ਫੇਲੀਅਰ, ਅੱਖਾਂ ਦਾ ਫੇਲੀਅਰ ਹੋਣਾ, ਪੈਰਾਂ ਵਿੱਚ ਸੂਜਨ ਹੋ ਜਾਣਾ, ਹੋਰ ਜਿਹੜੀ ਬਿਮਾਰੀਆਂ ਨੇ ਇਹ ਵੀ 30-35 ਪਲੱਸ ਹੋਣ ਤੋਂ ਬਾਅਦ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਹੁਣੇ ਹੀ ਟਾਈਮ ਹੈਗਾ ਕਿ ਬੱਚੇ ਦੀ ਡਾਈਟ ਪਲਾਨ ਜਿਹੜਾ ਹੈਗਾ, ਲਾਈਫਸਟਾਈਲ ਚੇਂਜ ਜਿਹੜਾ ਹੈਗਾ ਉਹ ਸਟਾਰਟ ਕਰਕੇ ਤੁਸੀਂ ਆਪਣੇ ਬੱਚੇ ਦੀ ਸ਼ੂਗਰ ਦੀ ਜਿਹੜੀ ਰੈਗੂਲੇਸ਼ਨ ਹੈ ਉਹ ਸਟਾਰਟ ਕਰ ਦੇਵੋ, ਸੋ ਦੈਟ ਕਿ ਜਿਹੜੀ ਬਿਮਾਰੀ ਦਾ ਵਧਣਾ ਹੈਗਾ, ਇਨਸੂਲਿਨ ਦੇ ਖਰਚੇ ਦਾ, ਇਨਸੂਲਿਨ ਦੇ ਸਾਈਡ ਇਫੈਕਟ ਦਾ ਵਧਣਾ ਹੈਗਾ ਉਹ ਟਾਈਮ ਸਿਰ ਘਟਾਇਆ ਜਾ ਸਕੇ, ਤੇ 4-4 ਵਾਰੀ ਇੰਜੈਕਸ਼ਨ ਲਾਉਣ ਦੀ ਜਗ੍ਹਾ 1 ਜਾਂ 2 ਵਾਰੀ ਵਿੱਚ ਹੀ ਕੰਮ ਚੱਲ ਜਾਏ। ਔਰ ਕੁਝ ਵਡਭਾਗੇ ਕੇਸ ਅਸੀਂ ਦੇਖੇ ਹੈ ਕਿ ਜੇ ਉਹ ਪੂਰੀ ਤਰ੍ਹਾਂ 100% ਰॉ ਡਾਈਟ ਨੂੰ ਕਮਿਟ ਕਰ ਦੇਣ
ਤੇ ਇਨਸੂਲਿਨ ਦੀ ਰਿਕੁਆਇਰਮੈਂਟ ਵੀ ਉਹਨਾਂ ਦੇ ਕੇਸਿਸ ਵਿੱਚ ਛੁੱਟ ਜਾਂਦੀ ਹੈ। ਇੱਥੇ ਮੈਂ ਇੱਕ ਐਗਜ਼ਾਮਪਲ ਦਾਂਗਾ ਆਪਣੀ ਪੇਸ਼ੈਂਟ ਦਾ, ਜਿਹੜੀ ਇਟਲੀ ਵਿੱਚ ਰਹਿੰਦੀ ਸੀ। ਉਹ 20 ਸਾਲ ਦੀ ਕੁੜੀ ਸੀ, ਉਹਨੂੰ ਡਾਇਬੀਟੀਜ਼ 4-5 ਸਾਲ ਤੋਂ ਟਾਈਪ 1 ਡਾਇਬੀਟੀਜ਼ ਸੀਗਾ। ਸੋ ਉਹ ਜਦੋਂ ਮੇਰੇ ਕੋਲ ਆਈ ਸੀਗੀ ਤਾਂ 60 ਤੋਂ ਲੈ ਕੇ 80 ਤੱਕ ਉਹਦੇ ਯੂਨਿਟ ਇਨਸੂਲਿਨ ਦੇ ਲੱਗਦੇ ਸੀਗੇ। ਉਹਨੇ 6 ਤੋਂ 9 ਮਹੀਨੇ ਤੱਕ ਡਾਈਟ ਫੋਲੋ ਕੀਤੀ ਸਾਡੇ ਤੋਂ ਲੈ ਕੇ, ਤੇ ਹੁਣ ਉਹਨੂੰ ਸਿਰਫ 12 ਜਾਂ 16 ਯੂਨਿਟ ਵਿੱਚ ਹੀ ਉਹਦਾ ਦਿਨ ਦਾ ਕੰਮ ਚੱਲ ਜਾਂਦਾ ਹੈ। ਤੇ ਜਿਹੜੇ ਸਾਈਡ ਇਫੈਕਟਸ ਨਾਲ ਦੇ ਨਾਲ ਉਹਨੂੰ ਆ ਰਹੇ ਸੀ, ਉਹ ਵੀ ਹੁਣ ਕਾਫੀ ਹੱਦ ਤੱਕ ਠੀਕ ਹੋ ਗਏ ਨੇ। ਉਹਦਾ ਵਜ਼ਨ ਵੀ ਵੱਧ ਗਿਆ ਹੈਗਾ, ਚਿਹਰੇ ਤੇ ਰੌਣਕ ਵੀ ਥੋੜੀ ਆ ਗਈ ਹੈ, ਤੇ ਉਹ ਖੁਸ਼ ਰਹਿੰਦੀ ਹੈ ਹੁਣ ਪਹਿਲਾਂ ਨਾਲੋਂ। ਅੱਛਾ, ਫਿਰ ਜੇਕਰ ਜਿਵੇਂ ਤੁਸੀਂ ਕਿਹਾ ਵੀ ਤੁਹਾਡੇ ਵਾਲਾ ਡਾਈਟ ਪਲਾਨ, ਪਰ ਜੇਕਰ ਕਿਸੇ ਨੇ ਇਹ ਡਾਈਟ ਪਲਾਨ ਜਾਣਨਾ ਹੋਵੇ, ਪੁੱਛਣਾ ਹੋਵੇ, ਕੀ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ? ਹਾਂਜੀ, ਬਿਲਕੁਲ ਸੰਪਰਕ ਕੀਤਾ ਜਾ ਸਕਦਾ। ਸਾਡੀ ਵੈਬਸਾਈਟ ਤੇ ਵੀ ਜਾ ਸਕਦੇ ਨੇ, ਪਲੱਸ ਸਾਡੀ ਜਿਹੜੇ WhatsApp ਨੰਬਰ ਹੈ ਉਸਦੇ ਥਰੂ ਸਾਨੂੰ ਕਾਲ ਕਰ ਸਕਦੇ ਨੇ। ਨੰਬਰ ਸਾਡਾ ਹੈਗਾ +91 9718422691। ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਮੈਂ ਚਾਹੁੰਦਾ ਕਿ ਇੰਟਰਵਿਊ ਵੀ ਹਮੇਸ਼ਾ ਡਾਈਟ ਪਲਾਨ ਸਾਰਿਆਂ ਨੂੰ ਦੱਸ ਦੇਵਾਂ, ਲੇਕਿਨ ਛੋਟੇ ਬੱਚਿਆਂ ਦੇ ਕੇਸ ਵਿੱਚ ਕੀ ਹੁੰਦਾ ਹੈ, ਡਾਈਟ ਪਲਾਨ ਬੱਚੇ ਦੇ ਹਿਸਾਬ ਨਾਲ ਵੱਖਰਾ ਬਣਦਾ ਹੈ। ਕਿਉਂਕਿ ਅਗਰ ਛੋਟੇ ਬੱਚੇ ਦੇ ਕੇਸ ਵਿੱਚ ਕੋਈ ਵੀ YouTube ਤੋਂ ਇੰਟਰਵਿਊ ਸੁਣ ਕੇ ਕੋਈ ਡਾਈਟ ਫੋਲੋ ਕਰਨ ਲੱਗ ਪਵੇ ਤੇ ਨਹੀਂ ਪ੍ਰੋਪਰਲੀ ਕਰ ਪਾਉਂਦਾ, ਤੇ ਬੱਚੇ ਨੂੰ ਪਰੇਸ਼ਾਨੀ ਆ ਸਕਦੀ ਹੈ। ਸੋ ਇਸ ਕਰਕੇ ਹਮੇਸ਼ਾ ਗਾਈਡੈਂਸ ਵਿੱਚ ਫੋਲੋ ਕਰਨਾ ਚਾਹੀਦਾ ਹੈ, ਤੇ ਲੌਂਗ ਟਰਮ ਵਿੱਚ ਉਹ ਹੈਲਪ ਕਰਦਾ ਹੈ। ਤੁਹਾਡਾ ਬਹੁਤ ਧੰਨਵਾਦ। ਪੰਜਾਬੀ ਲੋਕ ਚੈਨਲ ਨਾਲ ਤੁਸੀਂ ਗੱਲਬਾਤ ਕੀਤੀ, ਆਪਣਾ ਬਿਜੀ ਸਕੈਜੂਲ ਵਿੱਚੋਂ ਸਮਾਂ ਕੱਢਿਆ। ਅਸੀਂ ਤੁਹਾਡਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਬਹੁਤ-ਬਹੁਤ ਧੰਨਵਾਦ ਮੈਨੂੰ ਇਨਵਾਈਟ ਕਰਨ ਵਾਸਤੇ। ਤੇ ਸਾਰੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੁੰਦਾ, ਆਪਣਾ ਖਾਣਾ ਪੀਣਾ ਲਾਈਫਸਟਾਈਲ ਨੂੰ ਸੈੱਟ ਕਰਕੇ ਆਪਾਂ ਕਾਫੀ ਸਾਰੀ ਬਿਮਾਰੀਆਂ ਤੋਂ ਬਚ ਸਕਦੇ ਹਾਂ, ਐਂਡ ਕਾਫੀ ਸਾਰੀ ਬਿਮਾਰੀਆਂ ਨੂੰ ਜੜ ਤੋਂ ਠੀਕ ਵੀ ਕਰ ਸਕਦੇ ਹਾਂ। ਥੈਂਕ ਯੂ ਸੋ ਮਚ ਫॉर ਵਾਚਿੰਗ ਆਪਣਾ ਲੋਕ ਪੰਜਾਬ ਟੀਵੀ। ਤੇ ਇਹ ਚੈਨਲ ਜ਼ਰੂਰ ਵੇਖਿਆ ਕਰੋ, ਸੱਚ ਦੀ ਗੱਲਾਂ ਇਹਦੇ ਵਿੱਚ ਦੱਸੀਆਂ ਜਾਂਦੀਆਂ ਨੇ। ਭਾਈ ਸਾਹਿਬ ਜੀ ਬਹੁਤ ਚੰਗੀਆਂ ਗੱਲਾਂ ਸਾਰਿਆਂ ਨੂੰ ਦੱਸਦੇ ਨੇ। ਬਹੁਤ-ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।